ਦੋਸਤੋ ਹਾਜ਼ਰ ਹੋਏ ਆ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ। ਜਿਵੇਂ ਤੁਹਾਨੂੰ ਪਤਾ ਹੈ ਕਿ ਤੁਸੀਂ ਹਰ ਰੋਜ਼ ਨਵੇਂ ਵਿਸ਼ਿਆਂ ਦੇ ਉੱਤੇ ਪ੍ਰੋਗਰਾਮ ਸੁਣਦੇ ਹੋ ਔਰ ਕੱਲ ਤੁਸੀਂ ਪ੍ਰੋਗਰਾਮ ਨੂੰ ਨਹੀਂ ਸੁਣ ਸਕੇ ਲਾਈਵ। ਔਰ ਤੁਹਾਨੂੰ ਇਸ ਦਾ ਕਾਰਨ ਵੀ ਪਤਾ ਹੈ ਕਿ ਕਿਸ ਤਰ੍ਹਾਂ ਨਿਊਯਾਰਕ, ਨਿਊ ਜਰਸੀ ਜਾਂ ਵਾਸ਼ਿੰਗਟਨ ਡੀਸੀ, ਕਨੈਕਟੀਕਟ, ਵਰਜੀਨੀਆ, ਨਾਰਥ ਕੈਰੋਲੀਨਾ, ਇਸ ਸਮੁੱਚੇ ਖਿੱਤੇ ਦੇ ਵਿੱਚ ਜਿਹੜੀ ਹੈ ਉਹ ਜ਼ਿੰਦਗੀ ਕਿਸ ਤਰ੍ਹਾਂ ਸਹਿਮ ਦੇ ਸਾਏ ਹੇਠ ਜਿਹੜੀ ਹੈ ਉਹ ਹਰ ਇੱਕ ਵਸ਼ਰ ਦੀ ਲੰਘ ਰਹੀ ਸੀ। ਸਮੁੰਦਰੀ ਤੂਫਾਨ ਹੈਰੀਕੇਨ ਜਿਹੜਾ ਕਿ ਜਿਸ ਦਾ ਖਦਸ਼ਾ ਪਹਿਲਾਂ ਹੀ ਜਤਾ ਦਿੱਤਾ ਗਿਆ ਸੀ ਔਰ ਜਿਸ ਦੇ ਨੁਕਸਾਨ ਦੇ ਅੰਦਾਜ਼ਿਆਂ ਬਾਰੇ ਜਿਹੜਾ ਹੈ ਉਹ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਔਰ ਸਟੇਟ ਐਮਰਜੈਂਸੀ ਹਰ ਇੱਕ ਰਾਜ ਨੇ ਲਾਗੂ ਕੀਤੀ ਕਿ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ ਸੀ ਔਰ ਖਤਰੇ ਤੋਂ ਖਾਲੀ ਨਹੀਂ, ਸਾਰੇ ਰਸਤੇ, ਸਾਰੇ ਰੋਡਸ ਜਿਹੜੇ ਸੀ ਉਹ ਬੰਦ ਸਨ। ਔਰ ਇੱਥੋਂ ਤੱਕ ਕਿ ਅੱਜ ਤੱਕ ਵੀ, ਹੁਣ ਤੱਕ ਵੀ ਜਿਹੜੀਆਂ ਇੱਕ ਟਨਲ ਨੂੰ ਛੱਡ ਕੇ ਤਕਰੀਬਨ ਸਾਰੀਆਂ ਨਿਊਯਾਰਕ ਸਿਟੀ ਦੀਆਂ ਟਨਲਸ ਜਿਹੜੀਆਂ ਨੇ ਉਹ ਬੰਦ ਨੇ ਔਰ ਖਾਸ ਤੌਰ 'ਤੇ ਜਿਹੜੇ ਮੇਨ ਮੁੱਖ ਰਸਤੇ ਨੇ, ਮੁੱਖ ਬ੍ਰਿਜ ਨੇ, ਉਹ ਵੀ ਸ਼ਹਿਰ ਦੇ ਜਿਹੜੇ ਸੀ ਉਹ ਕੱਲ੍ਹ ਬਿਲਕੁਲ ਬੰਦ ਸਨ। ਔਰ ਅੱਜ ਕੁਛ ਤੁਹਾਨੂੰ ਪਤਾ ਹੈ ਕਿ ਜਿੱਥੇ ਜ਼ਿੰਦਗੀ ਦੀ ਆਸ, ਜ਼ਿੰਦਗੀ ਦੀ ਇੱਕ ਤਰਜ਼ ਧੜਕਦੀ ਹੈ, ਉੱਥੇ ਕੁਝ ਨਾ ਕੁਝ ਤੇ ਜ਼ਰੂਰ ਹੁੰਦਾ। ਅੱਜ ਕੋਸ਼ਿਸ਼ਾਂ ਦੇ ਬਾਵਜੂਦ ਵੀ ਅੱਜ ਨਿਊਯਾਰਕ ਦੇ ਰਸਤੇ ਜਿਹੜੇ ਨੇ ਕੁਛ ਹੱਦ ਤੱਕ ਓਪਨ ਕੀਤੇ ਨੇ। ਪਰ ਜੇਕਰ ਮੈਂ ਸਮਝਾਂਗਾ ਕਿ ਕੱਲ੍ਹ ਦੇ ਹਾਲਾਤ ਵੱਲ ਨਜ਼ਰ ਮਾਰੀਏ ਤਾਂ ਇੱਕ ਗੱਲ ਜ਼ਰੂਰ ਨਜ਼ਰ ਆਉਂਦੀ ਹੈ ਕਿ ਅੱਜ ਦੇ ਇਸ ਯੁੱਗ ਦੇ ਵਿੱਚ ਇਹ ਗੱਲ ਮੰਨਣੀ ਪਏਗੀ ਕਿ ਕੁਦਰਤ ਦੇ ਉੱਤੇ ਕਿਸੇ ਵੀ ਟੈਕਨੋਲੋਜੀ ਨੇ, ਕਿਸੇ ਵੀ ਵੱਡੇ ਤੋਂ ਵੱਡੀ ਸਾਇੰਸ ਨੇ ਕੋਈ ਵੀ ਕਾਬੂ ਨਹੀਂ ਪਾਇਆ। ਕੁਦਰਤ ਤੇ ਸਿਰਫ ਕੁਦਰਤ ਹੈ। ਮਨੁੱਖ ਚਾਹੇ ਆਪਣੀ ਜ਼ਿੰਦਗੀ ਦੇ ਵਿੱਚ ਕਿੱਡਾ ਵੀ ਬੇਸ਼ੁਮਾਰ, ਕਿੱਡਾ ਵੀ ਵੱਡਾ ਇਹ ਗੱਲ ਕਹਿ ਦੇਵੇ ਕਿ ਮੈਂ ਨਾਸਤਕ ਹਾਂ, ਮੈਂ ਰੱਬ ਨੂੰ ਨਹੀਂ ਮੰਨਦਾ, ਪਰ ਇਸ ਤਰ੍ਹਾਂ ਦੇ ਵੇਲੇ 'ਚ, ਇਸ ਤਰ੍ਹਾਂ ਦੇ ਖੌਫ ਦੇ ਵਿੱਚ ਹਰ ਇੱਕ ਮਨੁੱਖ ਜਿਹੜਾ ਉਹ ਰੱਬ ਨੂੰ ਚੇਤੇ ਕਰਦਾ। ਭਾਵੇਂ ਕਿ ਮਨੁੱਖ ਨੇ ਉਹ ਰੱਬ, ਉਹ ਪਰਮਾਤਮਾ ਜਿਹੜਾ ਆਪਣੇ ਆਪਣੇ ਰੂਪਾਂ ਦੇ ਵਿੱਚ ਢਾਲ ਲਿਆ ਕਿ ਮੇਰਾ ਰੱਬ ਉਹ ਹੈ, ਮੇਰਾ ਖੁਦਾ ਉਹ ਹੈ, ਮੇਰਾ ਰਾਮ ਉਹ ਹੈ। ਸੋ ਪਰ ਮੈਂ ਇਹ ਸਮਝਾਂਗਾ ਕਿ ਕੁਦਰਤ ਤੇ ਉਹ ਪਰਮਾਤਮਾ, ਉਹ ਪਰਵਰਦਿਗਾਰ, ਉਸ ਦੀ ਜਦੋਂ ਮਾਰ ਪੈਂਦੀ ਹੈ ਉਸ ਨੂੰ ਝੱਲਣਾ ਬੜਾ ਔਖਾ ਹੈ ਅਤੇ ਉਸ ਦੇ ਅੱਗੇ ਹਰ ਇੱਕ ਆਦਮੀ ਵੱਡੇ ਤੋਂ ਵੱਡਾ ਜਿਹੜਾ ਉਹ ਹੱਥ ਜੋੜਦਾ। ਪਰ ਜੇਕਰ ਅਸੀਂ ਮੋਟੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਕੱਲ੍ਹ ਦਾ ਜਿਹੜਾ ਉਹ ਖੌਫ ਸੀ, ਕੱਲ੍ਹ ਦਿਨ ਦਾ ਹੀ ਇਹ ਕਹਿਰ ਚੱਲ ਰਿਹਾ ਸੀ ਤੂਫਾਨ ਦਾ, ਪਰ ਜੋ ਤਬਾਹੀ ਰਾਤ ਦੇ ਸਮੇਂ ਦੇ ਵਿੱਚ ਉਸ ਤੂਫਾਨ ਨੇ ਮਚਾਈ, ਮੈਂ ਸਮਝਾਂਗਾ ਕਿ ਇੱਕ ਚੇਤਿਆਂ ਦੇ ਵਿੱਚ ਵਸ ਚੁੱਕੀ ਹੈ। ਔਰ ਇਹ ਵੀ ਇਤਿਹਾਸ ਦੱਸਦਾ ਹੈ ਕਿ 1960 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਕਿ ਮੈਨਹਾਟਨ ਦੀਆਂ ਗਲੀਆਂ ਦੇ ਵਿੱਚ ਰਿਕਾਰਡ ਤੋੜ ਕੇ ਮੈਨਹਾਟਨ ਦੇ ਵਿੱਚ 1 ਫੁੱਟ 1960 ਤੋਂ ਵੱਧ ਪਾਣੀ ਜਿਹੜਾ ਉਹ ਭਰਿਆ, ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਨਿਊਯਾਰਕ ਦੇ ਕਈ ਹਿੱਸੇ ਬਿਲਕੁਲ ਪਾਣੀ ਦੇ ਵਿੱਚ ਡੁੱਬ ਕੇ ਡੈਮੇਜ ਹੋਏ, ਪਰ ਫਿਰ ਵੀ ਨਿਊਯਾਰਕ ਦੀਆਂ ਸੜਕਾਂ ਦੇ ਉੱਤੇ ਜਿਹੜੀ ਜ਼ਿੰਦਗੀ ਹੈ ਉਹ ਉਸੇ ਤਰ੍ਹਾਂ ਧੜਕਦੀ ਹੈ। ਕੱਲ੍ਹ ਉਦਾਸ ਰਾਤ ਸੀ ਜਦੋਂ ਇਹ ਖਬਰਾਂ ਜਿਹੜੀਆਂ ਨੇ ਉਹ ਹਰ ਇੱਕ ਬਸ਼ਰ ਨੂੰ ਮਿਲ ਰਹੀਆਂ ਸਨ ਕਿ ਹਮੇਸ਼ਾ ਹੀ ਜਿਉਂਦਾ ਜਾਗਦਾ, ਸਵੇਰੇ ਵੇਖ ਲਓ, ਰਾਤ ਨੂੰ ਵੇਖ ਲਓ, ਦਿਨੇ ਵੇਖ ਲਓ, ਜਿਉਂਦਾ ਜਾਗਦਾ ਉਹ ਸ਼ਹਿਰ ਜਿਹੜਾ ਹੈ ਉਹ ਇੱਕ ਹਨੇਰੇ ਦੀ ਆਗੋਸ਼ ਦੇ ਵਿੱਚ ਗੁਆਚਿਆ ਫਿਰਦਾ। ਪਰ ਅੱਜ ਫਿਰ ਜਦੋਂ ਬਾਰੀ ਦੇ ਵਿੱਚੋਂ ਨਜ਼ਰ ਮਾਰੀ ਉਸ ਸ਼ਹਿਰ ਵੱਲ ਤੇ ਉਹ ਸ਼ਹਿਰ ਫਿਰ ਜਗਮਗਾਉਂਦਾ ਮਨੁੱਖੀ ਦਿਲ ਦੀ ਧੜਕਣ ਵਾਂਗ ਉਸੇ ਤਰ੍ਹਾਂ ਨਜ਼ਰ ਆਇਆ ਜਿਵੇਂ ਉਹ ਆਪਣੇ ਪਹਿਲੀਆਂ ਰੰਗਾਂ ਤੇ ਰੌਸ਼ਨੀ ਦੇ ਵਿੱਚ ਹੁੰਦਾ। ਇਹ ਵੀ ਉਸ ਅਕਾਲ ਪੁਰਖ ਦੀ ਕਿਰਪਾ, ਭਾਵੇਂ ਕਿ ਸਾਰੇ ਪ੍ਰਬੰਧ ਜਿਹੜੇ ਸੀ ਉਹ ਸਰਕਾਰਾਂ ਦੇ ਜਿੰਨੇ ਮਰਜ਼ੀ ਸੁਰੱਖਿਅਤ ਸਨ, ਪਰ ਫਿਰ ਵੀ ਇਸ ਸਾਰੇ ਕੁਝ ਹਾਦਸਿਆਂ ਦੇ ਬਾਵਜੂਦ ਵੀ ਲਗਭਗ 20 ਦੇ ਲਗਭਗ ਨਿਊਯਾਰਕ ਦੇ ਵਿੱਚ ਮੌਤਾਂ ਜਿਹੜੀਆਂ ਨੇ ਉਹ ਅਫਸੋਸ ਜ਼ਾਹਰ ਕਰਦੀਆਂ ਨੇ। ਔਰ ਇਸ ਸੈਂਡੀ ਨਾਂ ਦੇ ਤੂਫਾਨ ਨੇ ਜਿੱਥੇ 3 ਦਿਨ ਮਨੁੱਖ ਦੀ ਜ਼ਿੰਦਗੀ ਨੂੰ ਉਥਲ ਪੁਥਲ ਕਰੀ ਰੱਖਿਆ, ਉੱਥੇ ਮੈਂ ਸਮਝਾਂਗਾ ਕਿ ਜਿਨ੍ਹਾਂ ਦਾ ਨੁਕਸਾਨ ਵੀ ਹੋਇਆ ਉਹਨਾਂ ਨਾਲ ਵੀ ਸਾਡਾ ਦਿਲੀ ਅਫਸੋਸ ਹੈ। ਔਰ ਦੂਰ ਦੁਰਾਡੇ ਬਸਤੀ, ਉਹ ਪੰਜਾਬੀਅਤ ਤੋਂ ਰਿਸ਼ਤੇਦਾਰ, ਉਹ ਸੱਜਣ ਦੋਸਤ, ਚਾਹੇ ਕਿ ਅਮਰੀਕਾ, ਕੈਨੇਡਾ ਦੀਆਂ ਹੋਰ ਸਟੇਟਾਂ ਦੇ ਵਿੱਚ ਵਸਦੇ ਹੋਣ, ਚਾਹੇ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਦੇ ਉੱਤੇ ਵਸਦੇ ਹੋਣ, ਉਹਨਾਂ ਸਾਰਿਆਂ ਨੂੰ ਇੰਨਾ ਕੁ ਫਿਕਰ ਸੀ ਹਰ ਇੱਕ ਆਦਮੀ ਦਾ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਪਾਵਰ ਹੈ ਉਹ ਮਿਲੀਅਨ ਲੋਕ ਜਿਹੜੇ ਨੇ ਉਹ ਪਾਵਰ ਤੋਂ ਬਿਨਾਂ ਇਸ ਵੇਲੇ ਹਾਲੇ ਤੱਕ ਵੀ ਜੱਦੋ ਜਹਿਦ ਦੇ ਵਿੱਚ ਨੇ। ਇਲੈਕਟ੍ਰਿਸਿਟੀ ਨਹੀਂ ਹੈ,
ਔਰ ਉਸ ਦੇ ਬਾਵਜੂਦ ਜਿਹੜੇ ਆਮ ਟੈਲੀਫੋਨ ਸੀ, ਸੈੱਲ ਫੋਨ, ਉਹ ਵੀ ਲੱਗਣੇ ਲੋਕਾਂ ਦੇ ਬੰਦ ਸਨ। ਇਸ ਕਰਕੇ ਹਰ ਪਾਸੇ ਹਰ ਵਸ਼ਰ ਨੂੰ ਇਸ ਸੈਂਡੀ ਨਾਂ ਦੇ ਸਮੁੰਦਰੀ ਤੂਫਾਨ ਦਾ ਇੰਨਾ ਕੁ ਖੌਫ, ਇੰਨਾ ਕੁ ਡਰ ਸੀ ਕਿ ਮੈਂ ਕਹਾਂਗਾ ਕਿ ਸ਼ਾਇਦ ਇਹ ਕਦੇ ਚੇਤਿਆਂ ਦੇ ਵਿੱਚੋਂ, ਖਾਸ ਤੌਰ ਦੇ ਉੱਤੇ ਬਾਲਾਂ ਦੇ ਚੇਤਿਆਂ ਦੇ ਵਿੱਚੋਂ ਨਾ ਭੁਲਾਇਆ ਜਾਵੇ। ਜਿੱਥੇ ਅਸੀਂ ਇੱਕ ਸਰਵੇ ਦੇ ਤੌਰ ਦੇ ਉੱਤੇ ਕਿ ਕਿੱਧਰ ਕਿੱਧਰ ਕਿੰਨਾ ਕੁ ਨੁਕਸਾਨ ਹੋਇਆ, ਉਹ ਤੁਹਾਡੇ ਨਾਲ ਅਸੀਂ ਜ਼ਿਕਰ ਸਾਂਝਾ ਕਰਾਂਗੇ। ਆਪਣੇ ਸੱਜਣਾ ਦੋਸਤਾਂ ਦੀ ਸਲਾਮਤੀ ਵਾਸਤੇ ਕੋਈ ਵੀ ਸੱਜਣ ਦੂਰ ਦੁਰਾਡੇ ਤੋਂ ਜਿੱਥੋਂ ਵੀ ਸਾਡੀ ਆਵਾਜ਼ ਸੁਣਦਾ ਹੋਵੇ, ਇਸ ਨਿਊਯਾਰਕ ਜਾਂ ਮੈਂ ਇਹ ਕਹਾਂਗਾ ਕਿ ਨਿਊਯਾਰਕ, ਨਿਊ ਜਰਸੀ ਜਾਂ ਡੈਲਵੇਅਰ, ਪੈਂਸਿਲਵੇਨੀਆ, ਇਸ ਸਮੁੱਚੇ ਖਿੱਤੇ ਦੇ ਲੋਕਾਂ ਦੇ ਵਿੱਚ ਜਿੱਥੇ ਖੌਫ ਪਾਇਆ ਗਿਆ, ਉੱਥੇ ਵਾਸਤੇ ਆਪਣੇ ਸੱਜਣਾ ਪਿਆਰਿਆਂ ਨੂੰ ਕੋਈ ਵੀ ਸੰਦੇਸ਼, ਕੋਈ ਵੀ ਸੁੱਖ, ਕੋਈ ਵੀ ਸੁਨੇਹਾ ਜਿਹੜਾ ਉਹ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਭੇਜ ਸਕਦਾ। ਕਿਉਂਕਿ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਅੱਜ ਤੋਂ ਤਕਰੀਬਨ 8:45 9 ਵਜੇ ਦੀ ਥਾਂ ਦੇ ਉੱਤੇ 8:45 ਤੋਂ 10 ਵਜੇ ਤੱਕ ਸਵਾ ਘੰਟੇ ਦਾ ਜਿਹੜਾ ਹੈ ਉਹ ਪ੍ਰੋਗਰਾਮ ਜਿਹੜਾ ਜਾਰੀ ਕੀਤਾ, ਔਰ ਅਗਾਂਹ ਤੋਂ ਵੀ ਇਹ ਪ੍ਰੋਗਰਾਮ ਜਿਹੜਾ ਹੈ ਉਹ 8:45 ਦੇ ਉੱਤੇ ਚੱਲਿਆ ਕਰੇਗਾ ਔਰ 10 ਵਜੇ ਖਤਮ ਹੋਇਆ ਕਰੇਗਾ, ਤਾਂ ਜੋ ਕਿ ਤੁਹਾਡੀ ਹਾਜ਼ਰੀ ਜਿਹੜੀ ਹੈ ਉਹ ਵੱਧ ਇਸ ਪ੍ਰੋਗਰਾਮ ਦੇ ਵਿੱਚ ਲੱਗ ਸਕੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗਹਿਰੀਆਂ ਵਿਚਾਰਾਂ ਜਿਹੜੀਆਂ ਨੇ ਉਹ ਵੀ ਕਰ ਸਕੀਏ। ਪਿਛਲੇ ਸਮੇਂ ਤੋਂ ਕਾਫੀ ਵੱਡੇ ਪੱਧਰ ਦੇ ਉੱਤੇ ਸਮੁੰਦਰੀ ਤੂਫਾਨ ਜਿਹੜੇ ਨੇ ਉਹ ਆ ਰਹੇ ਨੇ, ਔਰ 14 ਮਹੀਨੇ ਪਹਿਲਾਂ ਵੀ ਜਿਹੜਾ ਇੱਕ ਸਮੁੰਦਰੀ ਤੂਫਾਨ ਆਇਆ ਔਰ ਹੈਰੀਕੇਨ ਆਇਆ, ਉਸ ਨੇ ਜ਼ਿੰਦਗੀ ਨੂੰ ਬੜਾ ਅਸਤ ਵਿਅਸਤ ਕੀਤਾ। ਉਸੇ ਦੇ ਖੌਫ ਤੋਂ ਜਦੋਂ ਇਸ ਨੂੰ ਉਸ ਤੋਂ ਵੱਡੇ ਦਰਜੇ ਦਾ ਦੱਸਿਆ ਗਿਆ ਅਤੇ ਇਸ ਨੇ ਆਮ ਆਦਮੀ ਦੀ ਜ਼ਿੰਦਗੀ ਦੇ ਵਿੱਚ ਬੜਾ ਖੌਫ ਜਿਹੜਾ ਉਹ ਜਗਾਇਆ, ਔਰ ਜੋ ਖੌਫ ਸੱਚ ਸਿੱਧ ਹੋਇਆ ਕਿ ਇੱਕ ਸੁੰਗੜ ਕੇ ਔਰ ਇੱਕ ਸਿਮਟ ਕੇ ਰਹਿ ਗਈ ਮਨੁੱਖ ਦੀ ਜ਼ਿੰਦਗੀ ਇਹਨਾਂ 3 ਦਿਨਾਂ ਦੇ ਵਿੱਚ। ਔਰ ਇਸ ਹਾਲਾਤ ਦੇ ਵਿੱਚ ਜੋ ਨੁਕਸਾਨ ਔਰ ਜਿੱਥੇ ਜਿੱਥੇ ਇਹਨੇ ਡੈਮੇਜ ਕੀਤਾ, ਜਿੱਥੇ ਅਸੀਂ ਉਹਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਾਂਗੇ, ਉੱਥੇ ਅਸੀਂ ਇਸ ਹੈਰੀਕੇਨ, ਇਸ ਸਮੁੰਦਰੀ ਤੂਫਾਨਾਂ ਦੇ ਆਉਣ ਦਾ ਕਾਰਨ ਅਤੇ ਇਸ ਸੰਬੰਧੀ ਜਿਹੜੀਆਂ ਹੋਰ ਖਾਸ ਚਰਚਾਵਾਂ ਨੇ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕਿਉਂਕਿ ਅੱਜ ਦੀਆਂ ਇਹ ਖਾਸ ਚਰਚਾਵਾਂ ਕਰਨ ਵਾਸਤੇ ਔਰ ਤਬਾਹੀ ਔਰ ਮਨੁੱਖੀ ਕੁਦਰਤ ਜਿਹੜੀ ਹੈ, ਉਹ ਨੇਚਰ ਜਿਹੜੀ ਹੈ, ਉਸ ਦਾ ਕੋਈ ਵੀ ਹੱਲ, ਉਸ ਦੀ ਕੋਈ ਵੀ ਰੋਕਥਾਮ ਔਰ ਇਸ ਦੇ ਆਉਣ ਦੇ ਕਾਰਨ ਔਰ ਆਉਣ ਵਾਲੇ ਭਵਿੱਖ ਦੀਆਂ ਕੁਝ ਚੁਣੌਤੀਆਂ ਅਤੇ ਪਿਛਲੇ ਇਤਿਹਾਸ ਦਾ ਬਿਰਤਾਂਤ ਜਿਹੜਾ ਹੈ ਉਸ ਨੂੰ ਸਾਂਝਾ ਕਰਨ ਵਾਸਤੇ ਮੇਰੇ ਨਾਲ ਉੱਘੇ ਪੱਤਰਕਾਰ ਸਲੀਮ ਅਹਿਮਦ ਮਲਿਕ, ਜਿਹੜੇ ਕਿ MA ਇੰਟਰਨੈਸ਼ਨਲ ਰਿਲੇਸ਼ਨ ਅਤੇ MA ਪੋਲੀਟੀਕਲ ਸਾਇੰਸ ਨੇ, ਔਰ ਜਿਨ੍ਹਾਂ ਨੇ ਖਾਸ ਖੋਜ ਹੈ, ਜਿਨ੍ਹਾਂ ਦੀ ਕਿਤਾਬ ਜਿਹੜੀ ਹੈ ਇਹਨਾਂ ਤੂਫਾਨਾਂ ਦੇ ਉੱਤੇ ਛਪ ਰਹੀ ਹੈ, ਸਮੁੰਦਰੀ ਤੂਫਾਨਾਂ ਦੇ ਉੱਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੀ ਕਿਤਾਬ ਹੈ, ਔਰ ਇਹਨਾਂ ਨੇ ਕਾਫੀ ਖੋਜ ਕੀਤੀ ਹੈ ਇਸ ਦੇ ਉੱਤੇ। ਇਹਨਾਂ ਨਾਲ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵੈਲਕਮ ਆਖਦਾ ਸਲੀਮ ਅਹਿਮਦ ਮਲਿਕ ਜੀ, ਤੁਹਾਡੇ ਨਾਲ ਗੱਲਬਾਤ ਅਸੀਂ ਕਰਾਂਗੇ। ਤੁਹਾਨੂੰ ਜੀ ਆਇਆਂ ਸਾਡੇ ਸਟੂਡੀਓ ਦੇ ਵਿੱਚ। ਬੜੀ ਮਿਹਰਬਾਨੀ। ਤਮਾਮ ਦਰਸ਼ਕਾਂ ਨੂੰ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਔਰ ਮੈਂ ਬੜਾ ਧੰਨਵਾਦ ਹਾਂ ਕਿ ਤੁਸੀਂ ਖਾਸ ਤੌਰ 'ਤੇ ਜਿਹੜੇ ਲੋਕਲ ਡੋਮੈਸਟਿਕ ਇਸ਼ੂ ਆ, ਅਮਰੀਕਨਸ ਜਾਂ ਇੰਟਰਨੈਸ਼ਨਲ ਪੋਲੀਟਿਕਸ 'ਤੇ, ਉਹ ਹਮੇਸ਼ਾ ਮੈਨੂੰ ਇੱਥੇ ਬੁਲਾ ਕੇ ਮੈਨੂੰ ਇੱਜ਼ਤ ਅਫਜ਼ਾਈ ਦਾ ਮੌਕਾ ਦਿੰਦੇ ਹੋ। ਰਾਈਟ। ਮਲਿਕ ਸਾਹਿਬ, ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਨਾਲ ਕਰਾਂਗਾ ਕਿ ਪਿਛਲੇ ਸਮੇਂ ਤੋਂ ਕੁਛ ਇਹ ਜਿਹੜੇ ਹੈਰੀਕੇਨ ਨੇ ਇਹ ਵੱਧ ਰਹੇ ਨੇ, ਲੋਕਾਂ ਦੇ ਵਿੱਚ ਇਸ ਗੱਲ ਦਾ ਸਹਿਮ ਜਿਹੜਾ ਉਹ ਵੀ ਪਸਰਿਆ ਰਿਹਾ, ਔਰ ਮਤਲਬ ਕਿਉਂ ਬਣ ਰਹੇ ਨੇ ਇਸ ਤਰ੍ਹਾਂ ਦੇ ਖਾਸ ਮੌਕੇ ਕਿ 14 ਮਹੀਨੇ ਬਾਅਦ ਇੱਕ ਫਿਰ ਵੱਡਾ ਤਬਾਹੀ ਕੁਨ ਹੈਰੀਕੇਨ ਜਿਹੜਾ ਹੈ ਉਹ ਆਇਆ, ਔਰ ਜਿਸ ਨੇ ਨਿਊ ਜਰਸੀ, ਨਿਊਯਾਰਕ, ਵਾਸ਼ਿੰਗਟਨ DC ਦੀ ਜ਼ਿੰਦਗੀ ਨੂੰ ਜਿਹੜਾ ਹੈ ਉਹ ਹਿਲਾ ਕੇ ਰੱਖ ਦਿੱਤਾ, ਔਰ ਇਹਦੇ ਕੀ ਕਾਰਨ ਨੇ ਸਭ ਤੋਂ ਵੱਡੇ? ਇਹ ਅਸਲ ਵਿੱਚ ਨਾਰਮਲੀ ਜਿਹੜਾ ਟ੍ਰੋਪੀਕਲ ਸੀਜ਼ਨ ਹੁੰਦਾ ਹੈ ਹਰੀਕੇਨਸ ਅਤੇ ਸਟੋਰਮ ਦਾ, ਉਹ ਜੂਨ ਤੋਂ ਲੈ ਕੇ ਨਵੰਬਰ ਤੱਕ ਹੁੰਦਾ ਹੈ ਜੀ। ਔਰ ਖ਼ਾਸ ਤੌਰ 'ਤੇ ਉਹ ਜਿਹੜਾ ਕੈਰੀਬੀਅਨ ਦਾ ਇਲਾਕਾ ਹੈ, ਉੱਥੇ ਜਿਹੜਾ ਸਮੁੰਦਰ ਹੈ ਉਹ ਬੇਸਿਕਲੀ ਜ਼ਿਆਦਾ ਨਾ ਹੀਟ ਅਤੇ ਮੋਇਸਚਰਾਈਜ਼ਿੰਗ ਜਿਹੜੀ ਆ ਉਸ ਸਮੁੰਦਰ ਦੀ ਜਿਹੜੀ ਤਹਿ ਹੁੰਦੀ ਹੈ, ਉੱਥੇ ਉਹ ਜਦੋਂ ਉਹਨਾਂ ਦਾ ਮਿਲਾਪ ਹੁੰਦਾ ਹੈ ਅਤੇ ਉਸ ਤੋਂ ਹੋਰ ਜ਼ਿਆਦਾ ਟੈਂਪਰੇਚਰ ਜਿਹੜਾ ਹੈ ਉਹ ਪੈਦਾ ਹੁੰਦਾ ਹੈ। ਉਹਦੀ ਵਜ੍ਹਾ ਨਾਲ ਫਿਰ ਜਿਹੜੇ ਉਸ ਤੋਂ ਜਿਹੜੇ ਆਬੀ ਹਰਾਰਤ ਜਿਹੜੀ ਉੱਥੋਂ ਮੋਇਸਚਰਾਈਜ਼ਿੰਗ ਨਿਕਲਦੀ ਹੈ, ਉਹ ਫਿਰ ਵਿੰਡ ਨੂੰ ਜਿਹੜੀ ਹੈ ਨਾ ਉਹ ਸਪੀਡ 'ਤੇ ਲੈ ਕੇ ਆਉਂਦੀ ਹੈ, ਅਤੇ ਉਹਦੇ ਬਾਅਦ ਜਿਹੜਾ ਹੈ ਨਾ ਉਹ ਬਣਦਾ ਫਿਰ ਡਿਪੈਂਡ ਕਰਦਾ ਹੈ ਕਿ ਉਹ ਰੈਗੂਲਰ ਸਾਈਕਲੋਨ ਹੈ ਜਾਂ ਸਟੋਰਮ ਹੈ ਜਾਂ ਫਿਰ ਹਰੀਕੇਨ ਹੈ, ਜਿਹਨੂੰ
ਜਿਹੜਾ ਸਵੀਅਰ ਹੋ ਜਾਏ ਤੇ ਉਹਨੂੰ ਅਸੀਂ ਫਿਰ ਸੁਪਰ ਸਟਾਰਮ ਕਹਿੰਦੇ ਆ। ਜੀ ਜੀ ਤੇ ਜੀ। ਬੇਸਿਕਲੀ ਇਹ ਕੈਰੀਬੀਅਨ ਜਿਹੜਾ ਇਲਾਕੇ ਹੈ, ਖਾਸ ਤੌਰ ਤੇ ਜਮੈਕਾ, ਹੇਟੀ, ਕਿਊਬਾ ਤੇ ਬਹਾਮਸ, ਇਹ ਉੱਥੋਂ ਦਾ ਜਿਹੜਾ ਸਮੁੰਦਰ ਹੈ ਉਹ ਜੂਨ ਤੋਂ ਲੈ ਕੇ ਨਵੰਬਰ ਤੱਕ ਉਹ ਬੜਾ ਯਾਨੀ ਹੀਟਅਪ ਹੁੰਦਾ ਹੈ। ਤੇ ਉਹਦੀ ਤਹਿ ਤੋਂ ਜਦ ਇਹ तमाम ਕੰਬੀਨੇਸ਼ਨ ਹੁੰਦੀਆਂ ਤੇ ਉਹ ਜਿਹੜੀ ਲਹਿਰਾਂ ਪੈਦਾ ਹੁੰਦੀਆਂ ਤੇ ਉਹ ਫਿਰ ਹਵਾ ਦੇ ਨਾਲ ਜਿਹੜੀ ਹੈ ਨਾ ਹੋਰ ਜ਼ਿਆਦਾ ਯਾਨੀ ਟੈਂਪਰੇਚਰ ਜਿਹੜਾ ਹੈ ਉਹਨੂੰ ਨਾ ਸਿਰਫ ਗਰਮ ਕਰਦੀਆਂ, ਬਲਕਿ ਉਹ ਫਿਰ ਯਾਨੀ ਉਹਦੀ ਜਿਹੜੀ ਹਵਾ ਦੀ ਜਿਹੜੀ ਸਪੀਡ ਹੁੰਦੀ ਹੈ ਉਹ ਫਿਰ ਡਿਪੈਂਡ ਕਰਦੀ ਹੈ ਕਿ ਉਹਨੂੰ ਫਿਰ ਅਸੀਂ ਕੈਟੇਗੋਰੀਅਲ ਉਹਨੂੰ ਡਿਵਾਈਡ ਕਰਦੇ ਆ ਬੇਸਿਕਲੀ। ਜੀ ਜੀ ਜੀ। ਮਲਿਕ ਸਾਹਿਬ, ਬੇਸਿਕਲੀ ਜਿਹੜੀ ਹੈ ਅਸੀਂ ਇਸ ਤੋਂ ਪਹਿਲਾਂ ਕਿ ਅਸੀਂ ਦੱਸੀਏ ਕਿ ਕਿੱਥੇ ਕਿੱਥੇ ਨੁਕਸਾਨ ਜਿਹੜਾ ਹੈ ਉਹ ਬੇਸਿਕਲੀ ਪਹੁੰਚਾਇਆ, ਕਿਉਂਕਿ ਤੁਸੀਂ ਨਿਊਯਾਰਕ ਨੂੰ ਕਵਰ ਕੀਤਾ ਪੂਰੇ ਰੂਪ ਦੇ ਵਿੱਚ, ਨਿਊ ਜਰਸੀ ਦਾ ਸਾਨੂੰ ਇਲਾਕਿਆਂ ਦਾ ਪਤਾ ਹੈ, ਪਰ ਜਿਹੜੀ ਤੁਸੀਂ ਕੈਟਾਗਰੀ ਦੀ ਗੱਲ ਕੀਤੀ ਹੈ ਇਹ ਕਿੰਨੀਆਂ ਕੈਟਾਗਰੀਜ਼ ਦੇ ਵਿੱਚ ਵੰਡਿਆ ਹੋਇਆ ਹੈ ਜਿਹੜਾ ਇਹ ਸਮੁੰਦਰੀ ਤੂਫਾਨ? ਜਿਹੜਾ ਅਮਰੀਕਨ ਵੈਦਰ ਸਿਸਟਮ ਹੈ ਉਹ ਫਲੋਰਿਕ ਯੂਨੀਵਰਸਿਟੀ ਹੈ ਮਿਆਮੀ ਦੇ ਅੰਦਰ ਜੀ, ਉੱਥੋਂ ਯਾਨੀ ਉਹਦਾ तमाम ਜਿਹੜਾ ਯਾਨੀ ਆਪਣਾ ਮੁਸ਼ਾਹਿਦਾ ਹੈ ਉੱਥੋਂ ਹੁੰਦਾ ਹੈ। ਜੀ। ਤੇ ਉਹਨਾਂ ਕਿਉਂਕਿ ਇਹ ਅਗਰ 1924 ਤੋਂ ਲੈ ਕੇ ਜੀ। 2007 ਤੱਕ ਦੇਖਿਆ ਜਾਏ ਤੇ 35 ਹੋਰੀਕੇਨਸ ਆਏ ਆ। 1924 ਤੋਂ ਲੈ ਕੇ 2007 ਤੱਕ 35 ਹੋਰੀਕੇਨਸ ਆਏ ਆ, ਜਿਹਦੇ ਵਿੱਚੋਂ ਜਿਹੜਾ ਸਭ ਤੋਂ ਜ਼ਿਆਦਾ ਜਿਹਨੇ ਤਬਾਹੀ ਫੇਰੀ ਸੀ ਉਹ 1900 ਦੇ ਅੰਦਰ ਆਇਆ ਸੀ, ਔਰ ਉਹ ਸੀ ਰਿਆਸਤ ਟੈਕਸਾਸ ਦਾ ਇੱਕ ਸ਼ਹਿਰ ਸੀ ਪਾਣੀ ਦੇ ਨਾਲ, ਗੈਲਵੈਸਟਾਊਨ। ਓਕੇ। ਉੱਥੇ ਉਸ ਵੇਲੇ ਕੋਈ 15-20 ਹਜ਼ਾਰ ਦੀ ਆਬਾਦੀ ਸੀ ਤੇ ਉਹ ਤਕਰੀਬਨ ਕੋਈ 12,000 ਬੰਦੇ ਜਿਹੜੇ ਆ ਉਸ ਤੂਫਾਨ ਉਸ ਹੋਰੀਕੇਨ ਦੀ ਨਜ਼ਰ ਹੋ ਗਏ ਸੀ, ਸਮੁੰਦਰੀ ਤੂਫਾਨ ਦੀ ਨਜ਼ਰ। ਤੇ ਉਹਦੇ ਬਾਅਦ ਇਹ ਮੁਸਲਸਲ ਆਉਂਦੇ ਰਹੇ। 1932 ਦੇ ਅੰਦਰ ਇੱਕ ਬੜਾ ਸਵੀਰ ਆਇਆ ਸੀ, ਉਹਦੇ ਬਾਅਦ 1933 ਦੇ ਅੰਦਰ ਆਇਆ ਸੀ। ਯਾਨੀ ਇਹ ਉਹ ਮੈਂ ਦੱਸ ਰਿਹਾ ਜਿਹੜੇ ਕੈਟੇਗੋਰੀਅਲ ਯਾਨੀ ਆਪਣਾ ਕੈਟੇਗੋਰੀਅਲ 1 2 3 4 5 ਇਹਨਾਂ ਨੇ 5 ਕੈਟਾਗਰੀਜ਼ ਬਣਾਈਆਂ ਤੂਫਾਨ ਦੀਆਂ। ਉਹਦੀ ਜਿਹੜੀ ਬੜੀ ਰੀਜ਼ਨ ਹੈ ਉਹ ਇਹ ਆ ਕਿ ਉਹਨਾਂ ਨੇ ਹਵਾ ਦਾ ਜਿਹੜਾ ਯਾਨੀ ਆਪਣਾ ਰਫ਼ਤਾਰ ਹੈ, ਹਵਾ ਦੀ ਰਫ਼ਤਾਰ, ਉਸ ਹਿਸਾਬ ਨਾਲ ਇਹਨਾਂ ਨੂੰ ਤਕਸੀਮ ਕੀਤਾ ਹੈ। ਜੀ। ਜਿਹੜਾ ਕੱਲ ਜਿਹੜਾ ਸੈਂਡੀ ਆਇਆ ਸੀ, ਸੈਂਡੀ ਜਿਹੜਾ ਹੈ ਉਹ ਕੈਟੇਗਰੀ 1 ਦਾ ਸੀ। ਇਹਦੀ ਰਫ਼ਤਾਰ ਜਿਹੜੀ ਸੀ ਉਹ 75 ਮਾਈਲ ਪਰ ਆਵਰ ਤੋਂ ਲੈ ਕੇ 90 ਮਾਈਲ ਪਰ ਆਵਰ ਤੱਕ ਜਾਂਦੀ ਹੈ। ਹਵਾ ਦੀ ਵਿੰਡ ਦੀ ਜਿਹੜੀ ਰਫ਼ਤਾਰ ਹੁੰਦੀ ਹੈ ਸਮੁੰਦਰ ਦੇ ਨਾਲ ਜਿਹੜਾ ਯਾਨੀ ਪਾਣੀ ਦੇ ਨਾਲ ਯਾਨੀ ਉਹ ਚੱਲਦੀ ਹੈ। ਠੀਕ ਹੈ। ਤੇ ਉਹ ਜਦੋਂ ਨਾਰਥ ਕੈਰੋਲੀਨਾ ਤੋਂ ਲੈ ਕੇ ਵਰਜੀਨੀਆ, ਮੈਰੀਲੈਂਡ, ਡੈਲਾਵੇਅਰ, ਫਿਰ ਨਿਊ ਜਰਸੀ ਦੇ ਅੰਦਰ ਸਭ ਤੋਂ ਜ਼ਿਆਦਾ ਯਾਨੀ ਜਿਹੜੀ ਕੋਸਟਲ ਸਿਟੀਜ਼ ਆ ਨਾ ਉਹਨਾਂ ਨੂੰ ਉਹ ਤਬਾਹੀ ਫੇਰਦਾ, ਕਿਉਂਕਿ ਪਾਣੀ ਦੇ ਨਾਲ ਆਉਂਦਾ। ਰਾਈਟ। ਤੇ ਉਹ ਨਿਊ ਜਰਸੀ ਦੇ ਜਿਹੜਾ ਸਾਊਥ ਸ਼ੋਰ ਹੈ, ਜਿਹੜੀ ਸਾਊਥ ਜਰਸੀ ਹੈ ਜਿਹਨੂੰ ਅਸੀਂ ਸਾਊਥ ਸ਼ੋਰ ਕਹਿੰਦੇ ਆ, ਪਾਣੀ ਦੇ ਨਾਲ ਜਿੰਨੀ ਵੀ ਆਬਾਦੀਆਂ ਸੀ, ਜਿੰਨੇ ਵੀ ਟਾਊਨ ਸੀ, ਉਹ ਸਾਰੇ ਸ਼ਦੀਦ ਉਹਨਾਂ ਨੂੰ ਨੁਕਸਾਨ ਹੋਇਆ। ਉੱਥੇ ਲੋਕ ਯਾਨੀ ਆਪਣਾ ਉਹਨਾਂ ਦੇ ਮਰੇ ਵੀ ਹਨ ਉੱਥੇ, ਤੇ ਸਭ ਤੋਂ ਜ਼ਿਆਦਾ ਨੁਕਸਾਨ ਉੱਥੇ ਹੋਇਆ। ਉਹਦੇ ਬਾਅਦ ਜਦੋਂ ਇਹ ਕੱਲ ਨਿਊਯਾਰਕ ਦੇ ਉੱਤੇ ਆਇਆ ਤੇ ਉਹਦੀ ਜਿਹੜੀ ਸਪੀਡ ਸੀ ਜੀ ਉਹ ਕੈਟੇਗਰੀ 1 ਤੋਂ ਘੱਟ ਹੋ ਕੇ ਉਹਨੂੰ ਅਸੀਂ ਇੱਕ ਯਾਨੀ ਸਟਾਰਮ ਦੀ ਜਿਹੜੀ ਹਾਈ ਪੀਕ ਹੁੰਦੀ ਆ ਉਹ ਉਸ 'ਤੇ ਆ ਗਈ ਸੀ ਥੋੜ੍ਹੀ ਜਿਹੀ, ਯਾਨੀ ਆਪਣਾ ਉਹਦੀ ਰਫ਼ਤਾਰ ਘੱਟ ਹੋਈ ਸੀ। ਤੇ ਉਹਦੇ ਬਾਵਜੂਦ ਇੰਨੀ ਯਾਨੀ ਤਬਾਹੀ ਹੋਈ ਹੈ ਤੇ ਇੰਨਾ ਨੁਕਸਾਨ ਹੋਇਆ ਹੈ, ਤਕਰੀਬਨ ਕੋਈ 20 ਤੋਂ 40 ਬਿਲੀਅਨ ਡਾਲਰ ਦਾ ਯਾਨੀ ਤਕਰੀਬਨ ਨੁਕਸਾਨ ਦਾ ਐਸਟੀਮੇਟ ਹੈ। ਰਾਈਟ। ਸਲੀਮ ਮਲਿਕ ਸਾਹਿਬ, ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਤੁਹਾਡੀਆਂ ਕਾਲਸ ਇਸ ਪ੍ਰੋਗਰਾਮ ਦੇ ਸੰਬੰਧੀ ਆਪਣੇ ਸੱਜਣਾ ਸੁਨੇਹਿਆਂ ਨੂੰ ਸੁੱਖ ਸੁਨੇਹਾ ਦੇਣ ਵਾਸਤੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ ਉਹਦੇ ਵਾਸਤੇ ਸਾਡੀਆਂ ਜਿਹੜੀਆਂ ਕਾਲਸ ਨੇ ਉਹ ਹੁਣ ਤੋਂ ਹੀ ਤੁਹਾਡੇ ਵਾਸਤੇ ਖੁੱਲੀਆਂ ਨੇ। ਤੁਸੀਂ ਕਾਲ ਕਰ ਸਕਦੇ ਹੋ 7187865222 718 ਪੰਜਾਬ 2 ਦੇ ਉੱਤੇ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹੋਏ ਹਾਂ ਪ੍ਰੋਗਰਾਮ ਮੁੱਦਾ ਲੈ ਕੇ, ਜਿੱਥੇ ਅਸੀਂ ਦੱਸਣਾ ਚਾਹਾਂਗੇ ਕਿ ਇਸ ਸੈਂਡੀ ਹੈਰੀਕੇਨ ਨੇ ਜਿੰਨੀ ਇੱਕ ਤਬਾਹੀ ਜਿਹੜੀ ਹੈ ਉਹ ਪਹਿਲਾਂ ਨਾਰਥ ਕੈਰੋਲੀਨਾ ਦੇ ਵਿੱਚ ਮਚਾਈ,
ਔਰ ਉਸ ਤੋਂ ਬਾਅਦ ਕਾਫੀ ਇਸ ਦਾ ਅਸਰ ਮੈਰੀਲੈਂਡ ਦੇ ਵਿੱਚ ਵੀ ਰਿਹਾ ਹੈ ਔਰ ਵਾਸ਼ਿੰਗਟਨ ਡੀਸੀ ਨੂੰ ਵੀ ਇਹ ਹਿੱਟ ਕੀਤਾ ਹੈ। ਪਰ ਸਭ ਤੋਂ ਜ਼ਿਆਦਾ ਜਿਹੜੀ ਤਬਾਹੀ ਹੈ ਉਹ ਨਿਊ ਜਰਸੀ ਦੇ ਵਿੱਚ ਇਸ ਨੇ ਮਚਾਈ, ਚਾਹੇ ਉਹ ਐਟਲਾਂਟਿਕ ਸਿਟੀ ਹੋਵੇ, ਚਾਹੇ ਰੈੱਡ ਬੈਂਕ ਹੋਵੇ, ਤੇ ਚਾਹੇ ਫਾਲਸ ਰਿਵਰ ਹੋਵੇ, ਚਾਹੇ ਬੈਲਮੇਰ ਹੋਵੇ। ਇਹਨਾਂ ਸਾਰੇ ਜਿਹੜੇ ਕਿ ਸਮੁੰਦਰੀ ਤੱਟ ਦੇ ਨਾਲ ਲੱਗਦੇ ਇਲਾਕੇ ਸਨ ਔਰ ਸਾਰੇ ਕਿ ਅਖੀਰੀ ਮੌਕੇ ਤੱਕ ਵੀ ਖਾਲੀ ਕਰਵਾਏ ਗਏ ਔਰ ਉਹਨਾਂ ਵਾਸਤੇ ਸ਼ੈਲਟਰ ਕੇਂਦਰ ਜਿਹੜੇ ਸੀ, ਸ਼ੈਲਟਰ ਸੈਂਟਰ ਜਿਹੜੇ ਸੀ ਉਹ ਖੋਲ੍ਹੇ ਗਏ ਹਰ ਜਗ੍ਹਾ ਦੇ ਉੱਤੇ। ਪੁਲਿਸ ਪ੍ਰਸ਼ਾਸਨ, ਸਰਕਾਰੀ ਪ੍ਰਬੰਧ ਜਿਹੜੇ ਸੀ ਉਹ ਪੂਰੇ ਸਨ। ਪਰ ਇਸ ਦੀ ਤਬਾਹੀ ਨੇ ਜਿੱਥੇ ਕਈ ਸ਼ਹਿਰਾਂ ਦੇ ਵਿੱਚ ਵੱਡਾ ਪਾਣੀ ਭਰ ਦਿੱਤਾ, ਉੱਥੇ ਨਿਊ ਜਰਸੀ ਦੀ ਟਰਨ ਪਾਈਕ ਵੀ ਅੱਜ 2 ਵਜੇ ਤੱਕ ਕਲੀਨ ਕਰਕੇ ਜਿਹੜੀ ਉਹ ਖੋਲ੍ਹੀ ਗਈ ਹੈ ਕਿ ਐਗਜ਼ਿਟ 12 ਤੇ 14 ਦੇ ਵਿਚਕਾਰ ਦਾ ਜਿਹੜਾ ਪੂਰੇ ਵੇ ਦਾ ਸਮਾਨ ਸੀ, ਇੱਥੋਂ ਤੱਕ ਕਿ ਜਿਹੜੇ ਟ੍ਰੇਨ ਦੇ ਮਾਲ ਡੱਬੇ ਸਨ, ਖਾਲੀ ਡੱਬੇ ਸਨ, ਉਹ ਵੀ ਟ੍ਰੇਨ ਟਰੈਕ ਤੋਂ ਲਿਆ ਕੇ ਚੱਕ ਕੇ ਨਿਊ ਜਰਸੀ ਟਰਨ ਪਾਈਕ ਦੇ ਵਿੱਚ ਸੁੱਟੇ, ਜਿੱਥੇ ਕਈ ਘਰਾਂ ਦੇ ਵਿੱਚ, ਕਈ ਦੁਕਾਨਾਂ ਦੇ ਵਿੱਚ ਕਾਰੋਬਾਰੀ ਐਨ ਪੂਰਾ ਪਾਣੀ ਭਰ ਗਿਆ ਔਰ ਉੱਥੇ ਕਈ ਸ਼ਹਿਰਾਂ ਦੇ ਵਿੱਚ 5-5, 6-6 ਫੁੱਟ ਪਾਣੀ ਜਿਹੜਾ ਸੜਕਾਂ ਦੇ ਉੱਤੇ ਆਮ ਜਿਹੜਾ ਸੀ ਉਹ ਨਜ਼ਰ ਆਇਆ। ਔਰ ਜਿੱਥੇ ਸਰਕਾਰ ਨੇ ਇਸ ਨੂੰ ਬਕਾਇਦਾ ਤੌਰ ਦੇ ਉੱਤੇ ਸਰਕਾਰੀ ਐਮਰਜੈਂਸੀ ਲਗਾਈ ਗਈ, ਉੱਥੇ ਕਈ ਪੰਜਾਬ ਤੋਂ ਛਪਣ ਵਾਲੀਆਂ ਅਖਬਾਰਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਅਣਕਿਆਸੀਆਂ ਤੇ ਅਣਝੂਠੀਆਂ ਖਬਰਾਂ ਵੀ ਪੜ੍ਹਨ ਨੂੰ ਮਿਲੀਆਂ, ਜਿਸ ਦੇ ਚਲਦਿਆਂ ਜਿਹੜਾ ਹੈ ਉਹ ਮੈਂ ਸਮਝਦਾ ਕਿ ਵਿਦੇਸ਼ਾਂ ਤੋਂ ਕੁਝ ਗਲਤ ਰਿਪੋਰਟਿੰਗ ਜਿਹੜੀ ਹੈ ਉਹ ਵੀ ਪੰਜਾਬ ਦੇ ਵਿੱਚ ਗਈ, ਜਿਸ ਨੂੰ ਫਿਕਰ ਲੋਕਾਂ ਨੂੰ ਕਾਫੀ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਪਾਇਆ ਗਿਆ, ਰਿਸ਼ਤੇਦਾਰੀਆਂ ਔਰ ਸਕੀਨੀਆਂ ਨੂੰ। ਮਲਿਕ ਸਾਹਿਬ, ਤੁਸੀਂ ਨਿਊਯਾਰਕ ਦਾ ਦੌਰਾ ਕੀਤਾ, ਕੱਲ੍ਹ ਨਿਊਯਾਰਕ ਦੇ ਵਿੱਚ ਗਏ ਤੁਸੀਂ, ਔਰ ਤੁਹਾਨੂੰ ਮੁੱਖ ਤੌਰ ਦੇ ਉੱਤੇ ਜਿੱਥੇ ਇਸ ਗੱਲ ਅਫਸੋਸ ਨਾਲ ਕਹਿਣਾ ਪੜਦਾ, ਸਭ ਤੋਂ ਪਹਿਲਾਂ ਬੈਟਰੀ ਟਨਲ ਜਿਹੜੀ ਸੀ ਉਹ ਪਾਣੀ ਨਾਲ ਭਰੀ, ਉਸ ਤੋਂ ਬਾਅਦ FDR ਔਰ ਮੈਨਹਾਟਨ ਦੇ ਵਿੱਚ ਜਿਹੜੀਆਂ ਸੀ ਉਹ 12-12 ਫੁੱਟ ਉੱਚੀਆਂ ਜਿਹੜੀਆਂ ਛੱਲਾਂ ਉਹ ਰਿਕਾਰਡ ਕੀਤੀਆਂ ਗਈਆਂ, ਜਿੱਥੇ ਕਰੇਨ ਆਮ ਲੋਕਾਂ ਨੇ ਟੈਲੀਵਿਜ਼ਨ ਦੇ ਉੱਤੇ ਦੇਖੀ ਕਿ ਉਹ ਟੁੱਟੀ ਹੋਈ ਹੈ ਔਰ ਉਸ ਤੋਂ ਇਲਾਵਾ ਕੁਝ ਇਮਾਰਤਾਂ ਵੀ ਉਹਨਾਂ ਦੇ ਡਿੱਗਣ ਦੀਆਂ ਜਿਹੜੀਆਂ ਉਹ ਖਬਰਾਂ। ਔਰ ਸਭ ਤੋਂ ਵੱਡੀ ਗੱਲ ਸੀ ਕਿ ਕੱਲ੍ਹ ਦੀ ਰਾਤ ਜਿਹੜੀ ਸੀ ਉਹ ਬਿਲਕੁਲ ਬੁਝਿਆ ਰਿਹਾ ਮੈਨਹਾਟਨ, ਕਿ ਖਾਲੀ ਔਰ ਬੁਝਿਆ, ਜਿਹੜਾ ਕਿ ਕਦੇ ਵੀ ਨਹੀਂ ਹੁੰਦਾ, ਔਰ 1960 ਦੇ ਰਿਕਾਰਡ ਨੂੰ ਮਾਤ ਪਾਈ ਕਿ 1 ਫੁੱਟ ਪਾਣੀ ਜਿਹੜਾ ਉਹ ਮੈਨਹਾਟਨ ਦੇ ਅੰਦਰ ਵੜਿਆ, ਔਰ ਜਿਸ ਦੇ ਬਾਰੇ 'ਚ ਕਈ ਲੋਕਾਂ ਕੋਲੋਂ ਇਹ ਗੱਲਾਂ ਸੁਣੀਆਂ ਹੋਈਆਂ ਸਨ, ਪਰ ਇਹ ਹਕੀਕਤ ਨੂੰ ਅੱਖੀਂ ਵੇਖ ਕੇ ਮਨ ਜਿਹੜਾ ਉਹ ਬੇਕਾਬੂ ਹੋਇਆ। ਔਰ ਜ਼ਿਆਦਾਤਰ ਨਿਊਯਾਰਕ ਦਾ ਹੋਰ ਕਿਹੜਾ ਇਲਾਕਾ ਸੀ ਜਿਹੜਾ ਆਗੋਸ਼ ਦੇ ਵਿੱਚ ਗਿਆ? ਅਸਲ ਵਿੱਚ ਨਿਊਯਾਰਕ ਦਾ ਜਿਹੜਾ ਖਾਸ ਤੌਰ ਤੇ ਅਗਰ ਸਿਰਫ ਨਿਊਯਾਰਕ ਸਿਟੀ ਦੀ ਗੱਲ ਕੀਤੀ ਜਾਏ ਜੀ, ਤੇ ਫਾਰ ਰਾਕਵੇ ਜਿਹੜਾ ਕੁਈਨਜ਼ ਦਾ ਯਾਨੀ ਆਪਣਾ ਕੋਸਟਲ ਇਲਾਕਾ ਹੈ, ਉਹਦਾ ਜਿਹੜਾ ਬ੍ਰੀਜ਼ੀ ਪੁਆਇੰਟ ਦਾ ਏਰੀਆ ਹੈ, ਉੱਥੇ ਜਦੋਂ ਇਹ ਝੱਖੜ ਜਿਹੜਾ ਹੈ ਹੌਰੀਕੇਨ ਦਾ ਹਵਾ ਦਾ, ਇਹ ਜਦੋਂ ਉੱਥੋਂ ਗੁਜ਼ਰਿਆ ਤੇ ਉਹਨੇ ਉੱਥੇ ਤਕਰੀਬਨ 50% ਜਿਹੜੇ ਘਰ ਆ ਉਹ ਡੈਮੇਜ ਕਰ ਦਿੱਤੇ। ਉਹ ਘਰ ਜਿਹੜੇ ਆ ਬਿਲਕੁਲ ਯਾਨੀ ਡੈਮੇਜ ਹੋ ਗਏ, ਯਾਨੀ ਪੁਲਿਸ ਨੇ ਉੱਥੋਂ ਲੋਕਾਂ ਨੂੰ ਜ਼ਬਰਦਸਤੀ ਮੈਂਡੇਟਰੀ ਉੱਥੋਂ ਯਾਨੀ ਕੱਢਿਆ ਸੀ ਕਿ ਕੁਝ ਲੋਕ ਜਿਹੜੇ ਨਹੀਂ ਨਿਕਲਣਾ ਚਾਹੁੰਦੇ ਸੀ, ਫਿਰ ਉਹਨਾਂ ਨੇ ਯਾਨੀ ਆਪਣਾ ਕਾਨੂੰਨ ਨਾਫਿਜ਼ ਕਰਨ ਵਾਲੇ ਇਦਾਰਿਆਂ ਨੇ ਉਹਨਾਂ ਨੂੰ ਉੱਥੋਂ ਜ਼ਬਰਦਸਤੀ ਕੱਢਿਆ, ਕਿਉਂਕਿ ਇਹਨਾਂ ਦਾ ਜਿਹੜਾ ਵੈਦਰ ਸਿਸਟਮ ਹੈ ਉਹ ਇੰਨਾ ਐਕੂਰੇਟ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਅਗਰ ਇਹ ਜਨਤਾ ਉੱਥੇ ਰਹਿ ਜਾਂਦੀ ਤੇ ਇਹਨਾਂ ਨੇ ਯਾਨੀ ਆਪਣਾ ਜ਼ਰੂਰ ਇੱਥੇ ਜਿਹੜੀ ਅਮਵਾਤ ਆ ਇਹ ਜ਼ਿਆਦਾ ਹੋਣੀਆਂ ਸੀ ਜੀ। ਉਹਦੇ ਬਾਅਦ ਜਿਹੜਾ ਡਾਊਨਟਾਊਨ ਮੈਨਹੈਟਨ ਹੈ, ਬੇਸਿਕਲੀ ਖਾਸ ਤੌਰ ਤੇ ਵੈਸਟ ਵਿਲੇਜ ਦਾ ਇਲਾਕਾ ਤੇ ਬੈਟਰੀ ਪਾਰਕ ਸਿਟੀ, ਉਹ ਸਰਫੇਸ ਜ਼ਮੀਨੀ ਇਕੁਐਲਿਟੀ ਦੇ ਹਿਸਾਬ ਨਾਲ ਉਹ ਥੋੜਾ ਜਿਹਾ ਨਾ ਯਾਨੀ ਡਾਊਨ ਸਾਈਡ ਹੈ। ਜੀ ਜੀ। ਤੇ ਉੱਥੇ ਜਦੋਂ ਹਡਸਨ ਰਿਵਰ ਤੇ ਦੂਸਰੇ ਪਾਸੇ ਈਸਟ ਰਿਵਰ, ਇਹ ਪਾਣੀ ਜਿਹੜਾ ਹੈ ਉਹ ਜਦੋਂ ਉਸ ਲੈਵਲ ਤੇ ਆਇਆ ਜਿੱਥੇ ਜ਼ਮੀਨ ਯਾਨੀ ਜ਼ਮੀਨ ਦੀ ਲੈਵਲ ਤੇ ਫਿਰ ਉੱਥੇ ਬੇਇੰਤਹਾ ਪਾਣੀ ਉੱਥੇ ਜਮ੍ਹਾਂ ਹੋਇਆ ਤੇ ਉੱਥੇ ਪਾਣੀ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਲੇਕਿਨ ਜਦੋਂ ਉਹ ਹੌਰੀਕੇਨ ਪਹੁੰਚਿਆ ਤੇ ਉੱਥੋਂ ਗੁਜ਼ਰ ਰਿਹਾ ਸੀ ਤੇ ਉਹਦੀ ਜਿਹੜੀ ਚੂੰਕਿ ਵਿੰਡਸ ਸੀ ਉਹ ਤਕਰੀਬਨ ਕੋਈ 82 ਮਾਈਲਸ ਪਰ ਆਵਰ ਸੀ ਉਸ ਵੇਲੇ, ਤੇ ਜਿਹੜੇ ਸ਼ੀਸ਼ੇ ਦੇ 2-3 ਮੰਜ਼ਲਾ ਘਰ ਸੀ ਵੈਸਟ ਵਿਲੇਜ ਦੇ ਅੰਦਰ, ਉਹ ਸ਼ੀਸ਼ੇ ਦੇ ਜਿਹੜੇ ਘਰ ਸੀ ਉਹ ਸਾਰੇ ਯਾਨੀ ਆਪਣਾ ਉਹਨਾਂ ਦੇ ਸ਼ੀਸ਼ੇ ਬਿਲਕੁਲ ਟੁੱਟ ਗਏ। ਜੀ ਜੀ। ਤੇ ਲੋਕਾਂ ਨੂੰ ਯਾਨੀ ਉਹ ਥੋੜੇ ਬਹੁਤ ਉਹ ਜਦੋਂ ਟੁੱਟੇ ਆ ਤੇ ਜਿਹੜੇ ਲੋਕ ਉਸ ਘਰਾਂ ਦੇ ਅੰਦਰ ਸੀ ਉਹਨਾਂ ਨੂੰ ਉਹ ਲੱਗੇ ਵੀ ਆ ਤੇ ਉਹਨਾਂ ਨੂੰ ਨੁਕਸਾਨ ਵੀ ਹੋਇਆ ਤੇ ਉੱਥੇ ਮੇਰੇ ਖਿਆਲ 4 ਜਾਂ 5 ਡੈਥ ਦੀ ਯਾਨੀ ਜਿਹੜੀ ਆ ਉਹ ਆਪਣਾ ਖਬਰ ਯਾਨੀ ਸੁਣਾਈ ਗਈ ਸੀ। ਲੇਕਿਨ ਜਿਹੜੀ ਆਫੀਸ਼ੀਅਲ ਡੈਥਸ ਹੁੰਦੀ ਆ ਇਹ ਇੱਕ ਰੈਗੂਲੇਟਰੀ ਸਿਸਟਮ ਹੈ, ਲੇਕਿਨ ਉਸ ਤੋਂ 2-4 ਜ਼ਿਆਦਾ ਹੀ ਹੋ ਸਕਦੀਆਂ ਬੇਸਿਕਲੀ। ਰਾਈਟ। ਤੇ ਕੁੱਲ ਮਿਲਾ ਕੇ ਅਸੀਂ ਜੇਕਰ ਨਿਊਯਾਰਕ ਨਿਊ ਜਰਸੀ ਦੇ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਮੇਰਾ ਖਿਆਲ ਹੈ ਕਿ 20 ਦੇ ਲਗਭਗ ਜਿਹੜੀ ਹੈ ਉਹ ਦਰਸਾਈ ਗਈ ਹੈ। ਇਹ ਵੱਧਦੀ ਜਾ ਰਹੀ ਹੈ ਬੇਸਿਕਲੀ ਨਾ, ਜੀ, ਕਿਉਂਕਿ ਜਿਸ ਤਰ੍ਹਾਂ ਲੋਕ ਯਾਨੀ
ਕਿਉਂਕਿ ਪੁਲਿਸ ਹਰ ਇਲਾਕੇ ਦੇ ਅੰਦਰ ਤੇ ਨਹੀਂ ਪਹੁੰਚ ਸਕਦੀ, ਲੇਕਿਨ ਜਿੱਥੇ ਜਿੱਥੇ ਇਹ ਯਾਨੀ ਇਨਸੀਡੈਂਟਸ ਹੋਏ ਆ, ਲੋਕ ਮਰੇ ਆ, ਫਿਰ ਉਹਦੇ ਬਾਅਦ ਇਹਦੇ ਨਾਲ ਇਜ਼ਾਫਾ ਹੁੰਦਾ ਜਾ ਰਿਹਾ। ਤਕਰੀਬਨ ਕੋਈ ਪੂਰੇ ਅਮਰੀਕਾ ਦੇ ਅੰਦਰ ਹੁਣ ਤੱਕ ਕੋਈ 39 ਤੋਂ ਜ਼ਿਆਦਾ ਡਿਕਲੇਅਰ ਹੋ ਚੁੱਕੀ ਹੈ ਰਿਕਾਰਡ। ਮਲਿਕ ਸਾਹਿਬ, ਇੱਕ ਮੈਂ ਹੋਰ ਗੱਲ ਕਰਦਾ ਕਿ ਜਦੋਂ ਇਸ ਤਰ੍ਹਾਂ ਦੀਆਂ ਮੌਤਾਂ ਹੁੰਦੀਆਂ ਨੇ, ਵਾਕਿਆ ਮੈਂ ਇੱਕ ਸਮਝਦਾ ਕੁਦਰਤੀ ਕਹਿਰ ਹੈ, ਪਰ ਕਈ ਵਾਰੀ ਮਨੁੱਖੀ ਅਣਗਹਿਲੀ ਵੀ ਇਸ ਦਾ ਕਾਰਨ ਬਣਦੀ ਹੈ ਕੁਝ ਨਾ ਕੁਝ ਹੱਦ ਤੱਕ। ਦੇਖੋ, ਇਹ ਅਮਰੀਕਾ ਦੇ ਅੰਦਰ ਰਹਿ ਕੇ ਅਗਰ ਅਸੀਂ ਸਾਨੂੰ ਗਵਰਨਮੈਂਟ ਇਹ ਕਹਿੰਦੀ ਹੈ ਕਿ ਤੁਸੀਂ ਉਹ ਇਲਾਕਾ ਜਿਹੜਾ ਕੋਸਟਲ ਏਰੀਆ ਹੈ ਜੀ, ਉਹ ਇਲਾਕਾ ਖਾਲੀ ਕਰ ਦਿਓ, ਕਿਉਂਕਿ ਜਿਹੜੀ ਦਰਿਆ ਦੀ ਸਮੁੰਦਰ ਦੀ ਮੌਜ ਹੈ ਉਹ ਯਾਨੀ ਆਪਣਾ ਤੁਹਾਡੀ ਤਰਫ ਆ ਸਕਦੀ ਹੈ, ਕਿਉਂਕਿ ਇਸ ਕਦਰ ਜ਼ਿਆਦਾ ਯਾਨੀ ਆਪਣਾ ਹੌਰੀਕੇਨ ਜਿਹੜਾ ਹੈ ਉਹ ਯਾਨੀ ਜਿਹਨੂੰ ਝੱਕੜ ਕਹਿੰਦੇ ਆ ਜੀ, ਉਹਦੀ ਰਫ਼ਤਾਰ ਹੁੰਦੀ ਹੈ। ਉਸੇ ਰਫ਼ਤਾਰ ਤੁਸੀਂ ਜਦੋਂ 100 ਮੀਲ ਦੀ ਰਫ਼ਤਾਰ ਤੇ ਗੱਡੀ ਚਲਾਉਂਦੇ ਹੋ ਤਾਂ ਬਾਅਦ ਵੇਲੇ ਸਟੀਅਰਿੰਗ ਤੁਹਾਡਾ ਯਾਨੀ ਹੱਥ ਕੰਪ ਰਹੇ ਹੁੰਦੇ ਆ ਕਿ ਇੰਨੀ ਰਫ਼ਤਾਰ ਹੁੰਦੀ ਹੈ। ਜੀ, ਜੀ। ਅਗਰ ਉਸੇ ਰਫ਼ਤਾਰ ਨੂੰ ਤੁਸੀਂ ਅਗਰ ਇਹ ਸੋਚ ਲਓ ਕਿ ਦਰਿਆ ਦਾ ਸਮੁੰਦਰ ਦਾ ਪਾਣੀ ਜਿਹੜਾ ਹੈ ਅਗਰ ਉਸੇ ਰਫ਼ਤਾਰ ਤੋਂ ਯਾਨੀ ਆਪਣਾ ਘੁੰਮਦਾ ਹੋਇਆ ਅਗਰ ਕਿਸੇ ਕੋਸਟਲ ਸਿਟੀ ਦੇ ਉੱਤੇ ਆ ਰਿਹਾ ਹੈ ਤਾਂ ਲਾਜ਼ਮੀ ਉਹਨੂੰ ਡੈਮੇਜ ਤੇ ਕਰੇਗਾ। ਰਾਈਟ। ਮਲਿਕ ਸਾਹਿਬ, ਮੈਂ ਕਾਲਸ ਕਾਫੀ ਆਉਣ ਲੱਗੀਆਂ ਨੇ, ਸੱਜਣਾ ਸਨੇਹੀਆਂ ਦੇ ਸੁੱਖ ਸੁਨੇਹੇ ਜਿਹੜੇ ਨੇ ਉਹ ਇੱਕ ਦੂਜੇ ਨੂੰ ਪਹੁੰਚਾਉਣੇ ਨੇ, ਕੁਝ ਇੱਕ ਦੀਆਂ ਭਾਵਨਾਵਾਂ ਨੇ। ਆਪਾਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਕੁਝ ਕਾਲਸ ਜਿਹੜੀਆਂ ਨੇ ਮੈਂ ਕਹਾਂਗਾ ਜ਼ਰੂਰ ਲਵਾਂਗਾ। ਪਹਿਲਾਂ ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਯਾਰ ਸਾਹਿਬ। ਹਾਂਜੀ, ਕੌਣ ਬੋਲ ਰਿਹਾ ਜੀ? ਹੈਲੋ, ਮੈਂ ਸੁਣ ਰਿਹਾ ਜੀ ਤੁਹਾਨੂੰ। ਹਾਂਜੀ, ਕਰਮ ਸਿੰਘ ਸਿੰਘਾ ਬੋਲ ਰਿਹਾ ਜੀ, ਫਰੀਦਕੋਟ ਤੋਂ। ਹਾਂਜੀ ਸਿੰਘਾ ਸਾਹਿਬ, ਕੀ ਕਹਿਣਾ ਚਾਹੋਗੇ? ਬੜੇ ਦੁੱਖ ਦੀ ਗੱਲ ਹੈ ਜੀ, ਜਿਹੜਾ ਆਪਣਾ ਆਇਆ ਸੈਂਡੀ ਤੇ ਇੱਧਰ ਬੜਾ ਨੁਕਸਾਨ ਹੋਇਆ, ਜਾਨਾਂ ਦਾ ਵੀ, ਮਾਲ ਦਾ ਵੀ। ਪਰ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਨਾ ਜੀ, ਬਈ ਇਹ ਗਵਰਨਮੈਂਟ ਅਲਰਟ ਕਰਦੀ ਹੈ। ਰਾਈਟ। ਜ਼ਿਆਦਾ ਬੰਦਿਆਂ ਦੀ ਲਿਖੀ ਸੀਗੀ ਹੈ ਨਾ ਵੀ ਉਹਨਾਂ ਦੀ ਆ ਗਈ ਉਦਾਂ ਹੋ ਗਈ, ਜਾਂ ਉਹ ਦੀ ਦਲੇਰੀ ਜੀ ਮਾਰੇ ਗਿਆ ਕਿ ਕੋਈ ਨਹੀਂ ਜਾਵੜਾਂਗੇ ਕੀ ਹੋਣਗਾ। ਜੀ। ਤੇ ਸਾਡੇ ਤਾਂ ਆਪ ਇੱਥੇ ਮੇਰਾ ਬੈਸਟ ਫਰੈਂਡ ਹੈ ਨਿਊ ਜਰਸੀ ਚ, ਜੀਤਾ ਸਿੰਘ ਭੁੱਲਰ। ਕੱਲ ਵੀ ਕਾਲ ਕੀਤੀ, ਅੱਜ ਵੀ ਕਾਲ ਕੀਤੀ, ਵਾਹਿਗੁਰੂ ਦੀ ਕਿਰਪਾ ਠੀਕ ਹੈ। ਮੈਂ ਕਹਿੰਦਾ ਸਾਰੇ ਪਰਿਵਾਰ ਹੀ ਠੀਕ ਠਾਕ ਰਹਿਣ ਜੀ। ਥੈਂਕ ਯੂ, ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਭੈਣ ਜੀ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਸ ਇਹੀ ਕਹਿੰਦੇ ਆ ਕਿ ਜੋ ਕੁਝ ਹੋਇਆ, ਵੈਸੇ ਤਾਂ ਜੋ ਨਿਊਜ਼ ਦੇਖਦੇ ਆ ਤੇ ਦਿਲ ਕੰਬਦਾ ਹੈ ਜੀ। ਬਹੁਤ ਮਾੜੀ ਗੱਲ ਹੋਈ ਹੈ ਏਦਾਂ ਜੀ। ਪਰ ਜਿੰਨੇ ਵੀ ਹੈਗੇ ਰਿਸ਼ਤੇਦਾਰ ਹੈਗੇ ਨੇ ਕਿੰਨੇ ਜਰਸੀ ਦੇ ਵਿੱਚ, ਉਹਨਾਂ ਨੂੰ ਵੈਸੇ ਕਾਲ ਕਰਕੇ ਦੇਖਿਆ, ਠੀਕ ਨੇ। ਕਈਆਂ ਦੇ ਘਰਾਂ 'ਚ ਪਾਣੀ ਬਹੁਤ ਆਇਆ ਹੋਇਆ ਹਾਲੇ ਵੀ। ਜੀ। ਤੇ ਉਹਨਾਂ ਨੂੰ ਅਸੀਂ ਤਾਂ ਇਹੀ ਕਹਾਂਗੇ ਜਿਹੜੇ ਬਾਕੀ ਸਾਰੇ ਠੀਕ ਠਾਕ ਰਹਿਣ। ਇਹ ਸਾਰਾ ਸੁੱਖ ਮੰਗਦੇ ਆ ਸਾਰਿਆਂ ਦੀ। ਹਾਂਜੀ, ਪਾਵਰ ਵੀ ਨਹੀਂ ਹੈ ਨਾ ਜੀ ਕਾਫੀ ਥਾਵਾਂ ਨਹੀਂ ਉੱਥੇ ਬਿਲਕੁਲ ਵੀ। ਹਾਂਜੀ, ਲਾਈਟ ਨਹੀਂ ਹੈ ਜੀ। ਬਹੁਤ ਜਗ੍ਹਾ ਤੇ ਪਾਣੀ ਵੀ ਵੀਰ ਜੀ ਬਹੁਤ ਜ਼ਿਆਦਾ ਹੋਇਆ। ਬਸ ਜੀ, ਉਹ ਕੁਦਰਤ ਦੀ ਕਰੋਪੀ ਤੇ ਕੁਦਰਤ ਦੇ ਕਹਿਰ ਨੂੰ ਕੋਈ ਨਹੀਂ ਰੋਕ ਸਕਦਾ ਜੀ। ਹਾਂਜੀ, ਇਹ ਤਾਂ ਹੈਗਾ। ਇੱਥੇ ਕੁਦਰਤ ਇਹੀ ਕਹਿੰਦੇ ਆ ਨਾ, ਸਭ ਕੁਝ ਕਰ ਲਓ, ਪਰ ਕੁਦਰਤ ਤਾਂ ਕੁਦਰਤ ਹੀ ਹੈ। ਰਾਈਟ। ਥੈਂਕ ਯੂ ਭੈਣ ਜੀ, ਥੈਂਕ ਯੂ। ਮਲਿਕ ਸਾਹਿਬ, ਮੈਂ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਵਾਰ-ਵਾਰ ਘੁੰਮ ਰਿਹਾ ਸੀ, ਕਿਉਂਕਿ ਮੈਂ ਜਦੋਂ ਵੀ ਇਤਿਹਾਸਕ ਪਿਛੋਕੜ ਵੱਲ, ਹਿਸਟਰੀ ਵੱਲ ਗਿਆ ਥੋੜਾ ਨਾ, ਤੇ ਹਿਸਟਰੀ ਜਿਹੜੀ ਹੈ ਉਹ ਵੱਖਰੇ ਢੰਗ ਦੇ ਨਾਲ ਹੀ ਮਤਲਬ ਰਿਪੀਟ ਹੋਈ ਹੈ। 1960 ਤੋਂ ਬਾਅਦ ਇੰਨੇ ਵਰ੍ਹਿਆਂ ਬਾਅਦ, ਲਗਭਗ 50-52 ਵਰ੍ਹਿਆਂ ਬਾਅਦ ਮਤਲਬ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਹੋਣਾ। ਔਰ ਮੈਂ ਸਮਝਾਂਗਾ ਕਿ ਜੇਕਰ 1960 ਦੀ ਗੱਲ, ਲੂਜ਼ੀਆਨਾ ਦੇ ਵਿੱਚ ਜਿਹੜਾ ਕਹਿਰ ਵਾਪਰਿਆ ਸੀ, ਉਹ ਮੇਰੇ ਖਿਆਲ ਡਿਗਰੀ 3 ਸੀਗਾ, ਉਹ ਹੈਰੀਕਨ 3 ਡਿਗਰੀ ਸੀਗਾ ਉਹ। ਔਰ ਜੇਕਰ ਇੱਕ ਇਸ ਸੱਚਾਈ ਨੂੰ ਲਾਇਆ ਜਾਵੇ ਤਾਂ ਇੱਕ ਬੜੀ ਦੇਖਣ ਵਾਲੀ ਦਿਲਚਸਪ ਗੱਲ ਹੈ ਕਿ ਜਿੰਨੇ ਵੀ ਇਹ ਤੂਫਾਨ ਆਏ ਨੇ, ਜਿੰਨੇ ਵੀ ਇਹ ਹੈਰੀਕਨ ਨੇ, ਇਹਨਾਂ ਦੇ ਨਾਂ ਜਿਹੜੇ ਨੇ ਉਹ ਬੜੀਆਂ ਖੂਬਸੂਰਤ ਔਰਤਾਂ ਦੇ ਨਾਂ 'ਤੇ ਖੂਬਸੂਰਤ ਨਾਂ ਨੇ। ਆਇਰਨ, ਕੈਟਰੀਨਾ, ਇਹ ਸੈਂਡੀ। ਇਹਦਾ ਮਤਲਬ ਕੀ ਕੋਈ ਇਹਦਾ ਇਤਿਹਾਸਕ ਪਿਛੋਕੜ ਹੈ ਜਾਂ ਕੋਈ ਖਾਸ ਗੱਲ ਹੈ? ਅਸਲ ਵਿੱਚ 1846 ਦੇ ਅੰਦਰ ਯਾਨੀ ਇੱਕ ਇਹਨਾਂ ਨੇ ਇੰਸਟਰੂਮੈਂਟ ਬਣਾਇਆ ਸੀ, ਐਨੋਮਾਮੀਟਰ ਉਹਨੂੰ ਕਹਿੰਦੇ ਸੀ। ਉਸ ਦੇ ਜ਼ਰੀਏ ਉਸ ਦੌਰ ਦੇ ਹਿਸਾਬ ਨਾਲ 1846 ਦੇ ਅੰਦਰ ਜੀ। ਉਸ ਹਿਸਾਬ ਨਾਲ ਇਹ ਜਿਹੜੇ ਹੌਰੀਕੇਨਸ ਨੇ ਉਹਨੂੰ ਜਾਜਦੇ ਸੀ। ਠੀਕ ਹੈ ਕਿ ਇਹ ਹੌਰੀਕੇਨ ਹਮੇਸ਼ਾ ਤੋਂ ਆ ਰਹੇ ਆ। ਇਹ ਜਿਹੜਾ ਰੀਜਨ ਹੈ ਖਾਸ ਤੌਰ ਤੇ ਜਿਹੜਾ ਕੈਰੀਬੀਅਨ ਤੋਂ ਲੈ ਕੇ ਯਾਨੀ ਨਾਰਥ ਈਸਟਰਨ ਕੋਸਟਲ ਅਮਰੀਕਾ ਦੇ ਜਿਹੜੇ ਯਾਨੀ ਆਪਣਾ ਰਿਆਸਤਾਂ, ਇਹ ਇੱਥੇ ਇਹ ਕੋਈ ਨਵੇਂ ਨਹੀਂ ਆ ਜੀ। ਇਹ ਤੇ ਜਦੋਂ ਹੁਣ ਟੈਕਨੋਲੋਜੀ ਚੂੰਕਿ ਹੁਣ ਤੇ ਪੀਕ ਤੇ ਆ ਗਈ ਹੈ ਤੇ ਸਾਨੂੰ ਐਕੂਰੇਟ ਯਾਨੀ ਆਪਣਾ ਕੈਪੈਸਿਟੀ ਨਜ਼ਰ ਆਉਂਦੀ ਹੈ ਜੀ। ਲੇਕਿਨ ਇਹ ਕਿ ਉਹਦੇ ਬਾਅਦ ਜਿਹੜਾ 1900 ਦੇ ਅੰਦਰ ਆਇਆ ਸੀ ਗੈਵਲਸਟਾਊਨ ਟੈਕਸਸ ਦੇ ਅੰਦਰ ਜੀ, ਉਹਨੇ ਸਭ ਤੋਂ ਜ਼ਿਆਦਾ ਤਬਾਹੀ ਅਮਰੀਕਨ ਹਿਸਟਰੀ ਦੇ ਅੰਦਰ ਫੇਰੀ ਸੀ। ਕੋਈ 12,000 ਬੰਦਾ ਜਿਹੜਾ ਹੈ ਨਾ ਉਹ ਯਾਨੀ ਆਪਣਾ ਮੌਤ ਦੀ ਨਜ਼ਰ ਹੋ ਗਿਆ ਸੀ।
ਉਹਦੇ ਬਾਅਦ ਇਹਨਾਂ ਨੇ, ਕਿਉਂਕਿ ਇਹ ਇੱਕ ਫੈਂਟੇਸੀ ਮੁਲਕ ਹੈ, ਇੱਥੇ ਤੁਸੀਂ ਹਰ ਚੀਜ਼ ਦੇ ਅੰਦਰ ਲੋਕਾਂ ਦੀ ਇੱਕ ਫੈਂਟੇਸੀ ਦੇਖਦੇ ਹੋ ਜੀ ਜੀ ਤੇ ਇਹਨਾਂ ਨੇ ਫਿਰ ਉਹ ਨਾਂ ਦੇਣਾ ਸ਼ੁਰੂ ਕਰ ਦਿੱਤੇ। ਅੱਛਾ, ਅਮੂਮਨ ਇਹ ਪਹਿਲੇ ਦਿੰਦੇ ਸੀ ਲੋਕਾਂ ਦੀ ਬੀਵੀਆਂ ਤੇ ਗਰਲਫ੍ਰੈਂਡਸ ਤੇ ਜਾਂ ਕਿਸੇ ਖੂਬਸੂਰਤ ਔਰਤ ਤੇ, ਉਸ ਦੇ ਨਾਂ ਤੇ ਇਹ ਯਾਨੀ ਇਹਨਾਂ ਨੇ ਤੂਫਾਨਾਂ ਦਾ ਨਾਂ ਰੱਖਣਾ ਸ਼ੁਰੂ ਕਰ ਦਿੱਤਾ, ਕਿਉਂਕਿ ਬੇਸਿਕਲੀ ਔਰਤ ਵੀ ਇੱਕ ਤੂਫਾਨ ਹੀ ਹੈ, ਰਾਈਟ। ਅਗਰ ਖਾਮੋਸ਼ ਰਹੇ ਤੇ ਕਲਾਕਾਰ ਹੈ। ਤੇ ਉਸ ਹਿਸਾਬ ਨਾਲ ਇਹਨਾਂ ਨੇ ਨਾਂ ਰੱਖਣਾ ਸ਼ੁਰੂ ਕਰ ਦਿੱਤੇ, ਜਿਸ ਤਰ੍ਹਾਂ ਐਸਾਬੇਲ, ਆਈਵਨ, ਐਮਿਲੀ, ਕੈਟਰੀਨਾ, ਰੀਟਾ, ਵਿਲਮਾ, ਡੀਨ। ਉਹਦੇ ਬਾਅਦ 1953 ਦੇ ਅੰਦਰ ਜਿਹੜੀ ਅਮਰੀਕਨ ਪ੍ਰੈਜ਼ੀਡੈਂਟ ਟਰੂਮੈਨ ਦੀ ਵਾਈਫ ਸੀ, ਬੈਸ ਟਰੂਮੈਨ, ਉਹਨੇ ਫਿਰ ਉਹਦੇ ਬਾਅਦ ਯਾਨੀ ਮਰਦਾਂ ਦੇ ਨਾਂ ਤੇ ਵੀ ਇਹ ਯਾਨੀ ਆਪਣਾ ਇਹ ਸ਼ੁਰੂ ਕੀਤਾ। ਉਹਦੇ ਬਾਅਦ ਮਰਦਾਂ ਦੇ ਨਾਂ ਤੇ ਵੀ ਰਿਚਰਡ, ਚਾਰਲਸ ਸ਼ੁਰੂ ਹੋ ਗਏ। ਬੇਸਿਕਲੀ ਇਹ ਤੂਫਾਨਾਂ ਨੂੰ ਇੱਕ ਖੂਬਸੂਰਤ ਨਾਂ ਦੇ ਦਿੱਤਾ ਗਿਆ। ਔਰ ਨਾਲੇ ਇਹ ਜਿਹੜੇ ਨਾਂ, ਇਹ ਨਹੀਂ ਕਿ ਅੱਜ ਤੱਕ ਦੇ, ਇਹ ਜਿਹੜਾ ਨਾਂ ਅੱਜ ਸੈਂਡੀ ਹੈ, ਇਸ ਤੋਂ 4 ਸਾਲ ਪਹਿਲਾਂ ਲਿਸਟ ਦੇ ਅੰਦਰ ਯਾਨੀ ਉਹਨਾਂ ਨੇ ਸ਼ਾਮਿਲ ਕੀਤਾ ਹੋਏਗਾ। ਤੇ ਇਸੇ ਤਰ੍ਹਾਂ ਅਗਰ 2012 ਤੋਂ ਲੈ ਨਹੀਂ, ਕੇ ਜਦੋਂ ਤੂਫਾਨ ਆ ਰਿਹਾ ਹੈ ਇਹ ਉਸ ਵੇਲੇ ਨਹੀਂ ਸ਼ਾਮਿਲ ਨਹੀਂ, ਇਹ ਕਰਦੇ? 4 ਸਾਲ ਪਹਿਲਾਂ ਦੇ ਸ਼ਾਮਿਲ ਹੁੰਦੇ ਆ। ਨਹੀਂ, ਇਹਨਾਂ ਨੂੰ ਅੰਦਾਜ਼ਾ ਹੁੰਦਾ ਕਿ ਇਹ ਆਏਗਾ ਤੂਫਾਨ 4 ਸਾਲ ਬਾਅਦ? ਇਹਨਾਂ ਨੇ ਹਰ ਸਾਲ ਆਉਂਦੇ ਇੱਥੇ ਤੇ ਹਰ ਸਾਲ ਤੂਫਾਨ ਆਉਂਦੇ। ਸਿਰਫ 2010 ਦੇ ਅੰਦਰ 2 ਵਾਰੀ ਯਾਨੀ ਹੌਰੀਕੇਨ ਕੈਟਾਗਰੀ 1 ਆਇਆ ਸੀ ਜੀ 2 ਸਾਲ ਪਹਿਲਾਂ, ਜਿਹਦੇ ਵਿੱਚ ਉਹ ਹੌਰੀਕੇਨ ਆਇਰਨ ਵੀ ਇੱਕ ਸੀ। ਜੀ ਜੀ ਤੇ ਇਹ ਬੇਸਿਕਲੀ ਹਰ ਸਾਲ 21 ਨਾਂ ਇਹਨਾਂ ਨੇ ਸ਼ਾਮਿਲ ਕੀਤੇ ਹੋਏ ਆ। 2012 ਦੇ ਅੰਦਰ 21 ਨਾਂ ਇਹਨਾਂ ਨੇ ਆਲਰੇਡੀ 4 ਸਾਲ ਪਹਿਲਾਂ ਹੀ ਦਰਜ ਕੀਤੇ ਹੋਏ ਸੀ। 2013 ਦੇ ਅੰਦਰ ਵੀ 21 ਆ। ਇਸੇ ਤਰ੍ਹਾਂ 2013 ਤੋਂ ਲੈ ਕੇ 2017 ਤੱਕ 21 ਨਾਂ ਇਹਨਾਂ ਨੇ ਖੂਬਸੂਰਤ ਜਿਹੇ ਨਾਂ ਉਹ ਲਿਸਟ ਦੇ ਅੰਦਰ ਸ਼ਾਮਿਲ ਕੀਤੇ ਹੋਏ ਆ। ਉਹ 21 ਦੇ ਵਿੱਚੋਂ ਸਿਲੈਕਟ ਕਰਨਾ ਹੈ ਸਿਲੈਕਟ ਕਰਦੇ ਆ ਕਿ ਯਾਨੀ ਉਹਦਾ ਯਾਨੀ ਉਹਦੀ ਡਾਇਮੈਂਸ਼ਨ ਦੇਖਦੇ ਆ, ਉਹਦੀ ਡਾਇਰੈਕਸ਼ਨ ਵੇਖਦੇ ਆ ਤੇ ਫਿਰ ਉਹਨੂੰ ਉਹਦਾ ਨਾਂ ਦਿੰਦੇ ਆ। ਠੀਕ ਹੈ, ਇਹ ਮਤਲਬ ਇਹ ਖਾਸੀਅਤ ਹੈ ਇਹ ਖਾਸੀਅਤ ਹੈ ਇਹਨਾਂ ਦੀ। ਤੇ ਇਹਦੇ ਪਿੱਛੇ ਕੋਈ ਲੌਜੀਕ ਨਹੀਂ ਕੰਮ ਕਰਦਾ? ਤੇ ਲੌਜਿਕ ਕੋਈ ਨਹੀਂ ਕੰਮ ਕਰਦਾ, ਬਸ ਇਹ ਕਿ ਇਹ ਐਡਵੈਂਚਰ ਯਾਨੀ ਕੋਈ 100 ਸਾਲ ਤੋਂ ਅਮਰੀਕਾ ਦੇ ਅੰਦਰ ਐਡਵੈਂਚਰ ਜਿਹੜਾ ਹੈ ਉਹ ਲੋਕਾਂ ਦੀ ਜ਼ਿੰਦਗੀ ਦੇ ਅੰਦਰ ਬਹੁਤ ਜ਼ਿਆਦਾ ਹੈ। ਤੇ ਉਸ ਐਡਵੈਂਚਰ ਦੀ ਕੰਪੈਰੀਜ਼ਨ ਦੇ ਅੰਦਰ ਇਹਨਾਂ ਨੇ ਇਹ ਨਾਂ ਯਾਨੀ ਜਿਹੜੇ ਆ ਨਾ ਇਹ ਸਿਲੈਕਟ ਕੀਤੇ ਹੋਏ ਆ। ਤੇ ਇਹ ਆਲਰੇਡੀ ਯਾਨੀ 4 ਸਾਲ ਪਹਿਲੇ ਸਿਲੈਕਟ ਕੀਤਾ ਹੋਏਗਾ ਇਹ ਨਾਂ, ਰਾਈਟ। ਔਰ ਹਰ ਸਾਲ ਕੋਈ 21 ਨਾਂ ਇਹਨਾਂ ਨੇ ਸਿਲੈਕਟ ਕੀਤੇ ਹੁੰਦੇ। ਠੀਕ ਹੈ, ਮਲਿਕ ਸਾਹਿਬ ਕਾਲ ਜ਼ਰੂਰ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਵਤਾਰ ਸਿੰਘ ਭੋਗਲ ਬੋਲ ਰਿਹਾ ਜੀ, ਬਰੈਂਪਟਨ ਅੰਟਾਰੀਓ ਤੋਂ। ਹਾਂਜੀ ਹਾਂਜੀ ਸਰਦਾਰ ਅਵਤਾਰ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਆ, ਅਸੀਂ ਬਿਲਕੁਲ ਠੀਕ ਆ। ਮੇਰੇ ਕਜ਼ਨ ਇੱਥੇ ਕੁਈਨਜ਼ ਏਰੀਆ ਦੇ ਵਿੱਚ ਰਹਿੰਦੇ ਆ ਜੀ ਜੀ। ਉਹ ਅਸੀਂ ਪੁੱਛਣਾ ਚਾਹੁੰਦੇ ਸੀ ਵੀ ਕੁਈਨਜ਼ ਏਰੀਆ ਦਾ ਕੀ ਹਾਲ ਆ। ਕੁਈਨਜ਼ ਏਰੀਆ ਦਾ ਕਾਫੀ ਵੱਡੇ ਪੱਧਰ ਦੇ ਉੱਤੇ ਤਾਂ ਠੀਕ ਹੈ, ਕਿਉਂਕਿ ਅਸੀਂ ਵੀ ਕੁਈਨਜ਼ ਦੇ ਵਿੱਚੋਂ ਇਸ ਵੇਲੇ ਬੋਲ ਰਹੇ ਹਾਂ। ਇਲੈਕਟ੍ਰਿਸਿਟੀ ਪਾਵਰ ਬਿਲਕੁਲ ਠੀਕ ਹੈ। ਮਤਲਬ ਮੈਂ ਤਾਂ ਇਹ ਗੱਲ ਕਹਾਂਗਾ ਕਿ ਬੈਟਰ ਦੈਨ ਨਿਊ ਜਰਸੀ ਇਸ ਵੇਲੇ ਕੁਈਨਜ਼ ਦਾ। ਕਿਉਂ ਜੀ? ਉਹਨਾਂ ਨੂੰ ਅਸੀਂ ਫੋਨ ਕਰ ਰਹੇ ਹਾਂ ਜੀ ਜੀ। ਤੇ ਉਹ ਫੋਨ ਨਹੀਂ ਮਿਲ ਰਹੇ। ਰਾਈਟ, ਫੋਨ ਹੋ ਸਕਦਾ ਕੁਝ ਘਰਾਂ ਦੀਆਂ ਕੁਝ ਵਾਇਰਾਂ ਵਗੈਰਾ ਟੁੱਟੀਆਂ ਹੋਣ, ਜਾਂ ਤੁਸੀਂ ਸੈੱਲ ਫੋਨ ਵਗੈਰਾ ਦੇ ਉੱਤੇ। ਇੱਕ ਨਿਊ ਜਰਸੀ 'ਚ ਸਾਡੇ ਫਰੈਂਡ ਰਹਿੰਦੇ ਆ, ਉਹਨਾਂ ਨੂੰ ਵੀ ਫੋਨ ਕਰਦੇ ਆ, ਉਹਨਾਂ ਦਾ ਵੀ ਕੋਈ ਆਨਸਰ ਨਹੀਂ ਆ ਰਿਹਾ। ਉਹ ਵੀ ਇਦਾਂ ਲੱਗਦੇ ਵੀ ਜਿੱਦਾਂ ਅੰਗੇਜ ਆ। ਨਿਊ ਜਰਸੀ ਤੇ ਦੇਖੋ ਜੀ, ਬਿਲਕੁਲ ਸਾਰੇ ਜਿਹੜੇ ਟੈਲੀਫੋਨ ਨੇ ਨਿਊ ਜਰਸੀ ਦੇ, ਹਰ ਘਰ ਦੇ ਵਿੱਚ ਕਿਸੇ ਘਰ ਦੇ ਵਿੱਚ ਲਾਈਟ ਨਹੀਂ ਹੈ ਇਸ ਵੇਲੇ। ਮੋਸਟ ਮੈਂ ਸਮਝਾਂਗਾ ਕਿ 95 ਤੋਂ ਵੀ ਵੱਧ ਜਿਹੜੇ ਘਰ ਨੇ ਉਹ ਵਿਦਆਊਟ ਪਾਵਰ ਨੇ ਕੱਲ੍ਹ ਦੇ, ਔਰ ਹੋ ਸਕਦਾ ਕੱਲ੍ਹ ਤੱਕ ਜਿਹੜਾ ਜਨ ਜੀਵਨ ਹੈ ਉੱਥੇ ਕੁਛ ਨਾ ਕੁਛ ਹੋਵੇ। ਕਿਉਂਕਿ ਮੈਂ ਖੁਦ ਨਿਊ ਜਰਸੀ ਦੇ ਵਿੱਚ ਰਹਿਣਾ, ਔਰ ਕਿਹਨਾਂ ਢੰਗ ਤੇ ਹਾਲਾਤਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਨਾਲ ਸਾਰਥਕ ਸਾਂਝ ਬਣਾਉਣ ਵਾਸਤੇ ਅਸੀਂ ਲਾਈਵ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਇਸੇ ਤਰ੍ਹਾਂ ਰੱਖਿਆ, ਕਿਉਂਕਿ ਕਹਿੰਦੇ ਹੁੰਦੇ ਨੇ ਕਿ ਕੁਝ ਵੀ ਚੀਜ਼ ਜਿਹੜੀ ਹੈ ਉਹ ਪਿੱਛੇ ਨਹੀਂ ਪੈਂਦੀ, ਔਰ ਉਸ ਨੂੰ ਨਿਰੰਤਰ ਜਿਹੜਾ ਹੈ ਉਹ ਜਾਰੀ ਰੱਖਣਾ ਚਾਹੀਦਾ। ਪਰ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਹਾਦਸਾ ਵਾਪਰਨ ਦੀ ਹਾਲੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਖਬਰ ਨਹੀਂ ਆਈ। ਪਰਮਾਤਮਾ ਭਲੀ ਕਰੇਗਾ। ਬਹੁਤ ਚੰਗਾ ਕੰਮ ਕਰ ਰਹੇ ਹੋ। ਥੈਂਕ ਯੂ ਭੋਗਲ ਸਾਹਿਬ, ਪਰਮਾਤਮਾ ਭਲੀ ਕਰੇਗਾ। ਔਰ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਦੋਸਤ ਜਿਹੜੇ ਉਹ ਜ਼ਰੂਰ ਕਾਲ ਕਰਨਗੇ। ਦੋਸਤੋ ਕਾਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸਵਾਲ, ਕਿਸੇ ਵੀ ਤਰ੍ਹਾਂ ਦਾ ਸੱਜਣਾ ਦੋਸਤਾਂ ਨੂੰ ਸੁੱਖ ਸੁਨੇਹਾ ਭੇਜਣ ਵਾਸਤੇ। ਸਾਡੇ ਸਕਰੀਨ ਦੇ ਉੱਤੇ ਆ ਰਹੇ ਨੰਬਰ 7187865222 718 ਪੰਜਾਬ 2 ਦੇ ਉੱਤੇ। ਪ੍ਰੋਗਰਾਮ ਇਸੇ ਰਫਤਾਰ ਇਸੇ ਬਹਾ ਦੇ ਵਿੱਚ ਜਾਰੀ ਰਹੇਗਾ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਦੋਸਤੋ ਮੁੜ ਹਾਜ਼ਰ ਹੋਏ ਹਾਂ ਪ੍ਰੋਗਰਾਮ ਮੁੱਦਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਕਾਲ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਸਾਡੇ ਸਕਰੀਨ ਦੇ ਉੱਤੇ ਆ ਰਹੇ ਨੰਬਰਾਂ 7187865222 718 ਪੰਜਾਬ 2 ਦੇ ਉੱਤੇ। ਮਲਿਕ ਜੀ, ਤੁਹਾਡੇ ਨਾਲ ਸਵਾਲ ਕਰਨ ਤੋਂ ਪਹਿਲਾਂ ਇੱਕ ਦੋ ਕਾਲਸ ਲੈ ਲਈਏ ਕਿਉਂਕਿ ਵੇਟ ਕਰਦੇ ਰਹਿੰਦੇ ਨੇ ਸਾਡੇ ਕਾਲਰਸ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਯਾਰ ਸਾਹਿਬ, ਮੈਂ ਜਸਪਾਲ ਬਰਾੜ ਫਰੇਨੋ ਕੈਲੀਫੋਰਨੀਆ ਤੋਂ ਬੋਲਦਾ ਜੀ। ਸਾਡੇ ਰਿਸ਼ਤੇਦਾਰ, ਮੇਰੀ ਸਿਸਟਰ, ਬ੍ਰਦਰ ਇਨ ਲਾ, ਉਹਨਾਂ ਦਾ ਪਰਿਵਾਰ ਸਾਰਾ ਐਡੀਸਨ ਨਿਊ ਜਰਸੀ 'ਚ ਰਹਿੰਦੇ ਆ ਜੀ ਜੀ। ਉਹਨਾਂ ਨੂੰ ਕਾਲ ਕਾਫੀ ਟਾਈਮ ਤੋਂ ਕਰ ਰਹੇ ਆ। ਉਹਨਾਂ ਦੇ ਸਾਰੇ ਸੈਲਰ ਫੋਨ ਕਰਦੇ, ਫੋਨ ਤੇ ਕੋਈ ਜਵਾਬ ਨਹੀਂ ਆ ਰਿਹਾ। ਮੈਂ ਤੁਹਾਨੂੰ ਦੱਸਦਾ ਜੀ ਬਰਾੜ ਸਾਹਿਬ, ਬੜਾ ਇੱਕ ਗੱਲ ਹੈਗੀ ਹੈ ਕਿ ਮੈਨੂੰ ਵੀ ਬੜੀਆਂ ਕਾਲਸ ਆ ਰਹੀਆਂ ਸੀਗੀਆਂ ਪਹਿਲਾਂ ਉੱਥੇ, ਤੇ ਮੇਰੀ ਕਾਲ ਜਿਹੜੀ ਉਹ ਪਿਕ ਨਹੀਂ ਹੋ ਰਹੀ ਕਦੇ ਵੀ, ਕਿਉਂਕਿ ਇਹ ਜਿਹੜੀ ਇੰਨੀ ਤੇਜ਼ ਹਨੇਰੀ ਸੀ ਔਰ ਇੰਨਾ ਤੇਜ਼ ਤੂਫਾਨ ਸੀ, ਉਹਦੇ ਵਿੱਚ ਜਿਹੜੇ ਸੈੱਲ ਫੋਨਸ ਦੇ ਟਾਵਰ ਹੈਗੇ ਨੇ ਉਹ ਵੀ ਹਿੱਲੇ ਪਏ ਨੇ ਔਰ ਉਹ ਵੀ ਕਾਲ ਜਿਹੜੀ ਆ ਉਹ ਪਿਕ ਨਹੀਂ ਕਰਦੇ। ਮੈਂ ਖੁਦ ਆਪਣੇ ਘਰ ਵੀ ਹੁਣ ਇਸ ਵੇਲੇ ਕਾਲ ਕਰ ਰਿਹਾ ਤੇ ਕੋਈ ਬੰਦਾ ਨਹੀਂ ਪਿਕ ਕਰੇਗਾ। 5-6 ਵਾਰੀ ਕਿਤੇ ਕਾਲ ਕਰਾਂਗਾ ਤੇ ਕਿਤੇ ਜਾ ਕੇ ਟੈਕਸਟ ਮੈਸੇਜ ਵਗੈਰਾ ਲੱਗੇਗਾ। ਔਰ ਦੂਜੀ ਗੱਲ ਇਹ ਹੈ ਕਿ ਸਭ ਤੋਂ ਵੱਡੀ, ਜੇ ਕਿਸੇ ਦਾ ਫੋਨ ਕਿਤੇ ਕਾਲ ਲੈਂਦਾ ਵੀ ਹੋਏਗਾ ਤੇ ਪੂਰੀ ਨਿਊ ਜਰਸੀ ਦੇ ਵਿੱਚ, ਮੈਂ ਬਿਲਕੁਲ ਐਡੀਸਨ ਦੇ ਲਾਗੇ ਹੀ ਰਹਿਣਾ, ਮੇਰੀ ਰਿਹਾਇਸ਼ ਹੈ, ਔਰ ਕਿਤੇ ਵੀ ਪਾਵਰ ਨਹੀਂ ਹੈ ਔਰ ਇਲੈਕਟ੍ਰਿਸਿਟੀ ਨਹੀਂ ਹੈ, ਫੋਨ ਚਾਰਜ ਕਰਨ ਦਾ ਕੋਈ ਸੰਬੰਧ ਨਹੀਂ ਹੈ ਔਰ ਕੋਈ ਐਸਾ ਸਬਬ ਨਹੀਂ ਹੈ ਕਿ ਉਹ ਮਤਲਬ ਫੋਨ ਚਾਰਜ ਆਪਣੇ ਕਰ ਸਕਣ ਜਾਂ ਉਹਨਾਂ ਦੇ ਘਰ ਦੇ ਫੋਨ ਜਿਹੜੇ ਆ ਉਹ ਵਿਦਆਊਟ ਇਲੈਕਟ੍ਰਿਸਿਟੀ ਜਿਹੜੇ ਆ ਉਹ ਚੱਲਣੇ ਨਹੀਂ ਹੈਗੇ। ਠੀਕ ਹੈ ਕਿ ਨਹੀਂ ਜੀ? ਪਰ ਥੋੜਾ ਚਿਰ ਇੰਤਜ਼ਾਰ ਕਰੋ, ਕੱਲ ਤੱਕ ਮੈਨੂੰ ਲੱਗਦਾ ਇਲੈਕਟ੍ਰਿਸਿਟੀ ਜਿਹੜੀ ਆ ਉਹ ਵਾਪਸ ਆ ਜਾਏਗੀ, ਪਾਵਰ ਵਾਪਸ ਆ ਜਾਏਗੀ। ਔਰ ਪ੍ਰਮਾਤਮਾ ਦੀ ਇਹ ਖੈਰ ਹੈ ਕਿ ਨਿਊ ਜਰਸੀ ਦੇ ਇਸ ਇਲਾਕੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਜਿਹੜਾ ਹੈ ਉਹ ਹੋਣ ਦੀ ਕੋਈ ਵੀ ਖਬਰ ਨਹੀਂ ਹੈ। ਔਰ ਤਕਰੀਬਨ ਜੇ ਵੱਧ ਤੋਂ ਵੱਧ ਕੀ ਹੈ ਕਿ ਘਰਾਂ ਦੇ ਵਿੱਚ ਪਾਣੀ ਆਇਆ ਤੇ ਉਹ ਘਰ ਜਿਹੜੇ ਨੇ ਉਹ ਸਾਫ਼ ਕਰ ਰਹੇ ਨੇ ਲੋਕ ਔਰ ਜ਼ਿੰਦਗੀ ਜੀ ਰਹੇ ਨੇ। ਪ੍ਰਮਾਤਮਾ ਭਲਾ ਕਰੇਗਾ, ਚਿੰਤਾ ਤੋਂ ਥੋੜਾ ਜਿਹਾ ਮੁਕਤ ਜ਼ਰੂਰ ਹੋਵੋ। ਓਕੇ, ਚਲੋ ਜੀ। ਨੋ ਨਿਊਜ਼ ਗੁੱਡ ਨਿਊਜ਼। ਤੇ ਜਿਹੜਾ ਸਟਾਰਮ ਈਸਟ ਕੋਸਟ ਤੇ ਆਇਆ, ਇਹ ਮਦਰ ਨੇਚਰ ਆਇਆ, ਕਿਸੇ ਦਾ ਕੰਟਰੋਲ ਨਹੀਂ, ਪਰ ਬਹੁਤ ਮਾੜੀ ਗੱਲ ਹੈ। ਆਪਾਂ ਸਾਰੇ ਹਿਊਮਨ ਬੀਇੰਗ ਹੀ ਆ, ਰਲ ਕੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ। ਬਿਲਕੁਲ। ਔਰ ਇਹੀ ਕਾਰਨ ਸੀ ਕਿ ਅੱਜ ਭਾਵੇਂ ਰਸਤੇ ਜਿਹੜੇ ਸੀ ਉਹ ਸਾਰੇ ਬੰਦ ਸਨ ਨਿਊ ਜਰਸੀ ਦੇ, ਵੀ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਆਪਣੇ ਨਾਲ ਟੱਚ ਕਰਨ ਵਾਸਤੇ, ਆਪਣੀ ਕਮਿਊਨਿਟੀ ਦੀਆਂ ਜਿਹੜੀਆਂ ਕੁਝ ਭਾਵਨਾਵਾਂ ਨੇ ਉਹਨਾਂ ਨਾਲ ਜੋੜਨ ਵਾਸਤੇ ਘੱਟੋ ਘੱਟ ਇੱਕ ਕੜੀ ਦੇ ਰੂਪ ਦੇ ਵਿੱਚ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ, ਦੂਰ ਦਰਾਡੇ ਕੈਨੇਡਾ, ਅਮਰੀਕਾ ਦੇ ਵਿੱਚ ਸਾਡੀ ਕਮਿਊਨਿਟੀ ਰਹਿੰਦੀ ਹੈ, ਉਹਨਾਂ ਨਾਲ ਇੱਕ ਭਾਵਨਾਤਮਕ ਸਾਂਝ ਬਣਾਉਣ ਵਾਸਤੇ ਔਰ ਕੁਝ ਗੱਲਾਂ ਦੱਸ ਕੇ ਇੱਕ ਦੂਜੇ ਦਾ ਮਨ ਹੌਲਾ ਕਰਨ ਵਾਸਤੇ ਅਸੀਂ ਇਹ ਪ੍ਰੋਗਰਾਮ ਨੂੰ ਲਾਈਵ ਜਿਹੜਾ ਹੈ ਉਹ ਜ਼ਰੂਰ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਈਏ। ਹਾਂਜੀ, ਇਕੱਲਾ ਤਾਂ ਕੁਝ ਵੀ ਨਹੀਂ ਕਰ ਸਕਦਾ, ਸਾਰਿਆਂ ਦਾ ਰਲ ਕੇ ਹੀ ਆ, ਸਾਰਿਆਂ ਦਾ ਚੰਗਾ, ਮਤਲਬ ਆਪਾਂ ਸਭ ਭਲਾ ਹੀ ਸੋਚਦੇ ਹਾਂ। ਸਭ ਦਾ ਪ੍ਰਮਾਤਮਾ ਭਲੇ ਕਰੇਗਾ। ਬਰਾੜ ਸਾਹਿਬ ਹੈਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਸਾਹਿਬ ਬੋਲ ਰਹੇ ਜੀ? ਮੇਰਾ ਨਾਮ ਹਰਪ੍ਰੀਤ ਸਿੰਘ ਵਾਹਨ ਹੈ। ਹਾਂਜੀ ਵਾਹਨ ਸਾਹਿਬ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ। ਇਹ ਹੁਣੇ ਭਾਈ ਸਾਹਿਬ ਤੁਹਾਡੇ ਮਹਿਮਾਨ ਨੇ ਹਰੀਕੇਨਸ ਕਿਵੇਂ ਨਾਂ ਰੱਖੇ ਜਾਂਦੇ ਨੇ ਇਹਨਾਂ ਬਾਰੇ ਦੱਸਿਆ। ਜੀ ਹਰੀਕੇਨਸ ਦੇ ਨਾਂ ਜਿਹੜੇ ਰੱਖੇ ਜਾਂਦੇ ਨੇ, ਇੱਕ ਲਿਸਟ ਹੈ ਜਿਹੜੀ ਵਰਲਡ ਮੈਟੀਓਰੋਲੋਜੀਕਲ ਆਰਗੇਨਾਈਜੇਸ਼ਨ ਨੇ ਸਿਲੈਕਟ ਕੀਤੀ ਹੈ। ਜੀ ਜਿਹੜਾ ਐਟਲਾਂਟਿਕ ਓਸ਼ੀਅਨ ਹੈ ਉਹਦੇ 6 ਲਿਸਟਾਂ ਉਹਨੂੰ ਦਿੱਤੀਆਂ ਹੋਈਆਂ ਨੇ। ਜੀ ਜਿਹੜੀ ਹਰ 6ਵੇਂ ਸਾਲ, ਮਤਲਬ 7ਵੇਂ ਸਾਲ ਇਹ ਲਿਸਟ ਰਿਪੀਟ ਹੁੰਦੀ ਹੈ। ਹਰ 5 ਸਾਲਾਂ ਬਾਅਦ ਇਹ ਲਿਸਟ ਜਿਵੇਂ ਰਿਪੀਟ ਹੁੰਦੀ ਹੈ। ਜੀ ਐਵਰੀ ਈਅਰ ਜਿਹੜਾ ਹਰੀਕੇਨ ਸੀਜ਼ਨ ਹੁੰਦਾ ਹੈ ਉਹ A to Z ਤੱਕ ਇਸ ਤਰ੍ਹਾਂ ਜਾਂਦੀਆਂ ਨੇ। 26 ਇੰਗਲਿਸ਼ ਦੇ ਲੈਟਰਸ ਵਿੱਚੋਂ 5 ਲੈਟਰਸ Q, U, X, Y ਔਰ Z, ਇਹਨਾਂ ਦੇ ਨਾਵਾਂ ਤੇ ਕੋਈ ਵੀ ਉਹ ਨਹੀਂ ਹੈਗੀ। ਜੀ ਬਾਕੀ 21 ਲੈਟਰਸ ਇਹ ਅਲਫਾਬੈਟਿਕਲੀ ਚੱਲਦੇ ਨੇ। ਜਿਵੇਂ ਹੁਣ ਇਹ ਵਾਲਾ ਸੈਂਡੀ ਆਇਆ, ਇਸ ਤਰ੍ਹਾਂ ਨਾਮ ਨਹੀਂ ਚੁਣੇ ਜਾਂਦੇ। ਜਿਵੇਂ ਸੈਂਡੀ ਆਇਆ, ਇਸ ਤੋਂ ਅਗਲਾ ਹੈ ਟੋਨੀ, ਜਿਹੜਾ ਇਸ ਹਰੀਕੇਨ ਸੀਜ਼ਨ ਵਿੱਚ ਅਗਲਾ ਆਏਗਾ ਉਹ ਟੋਨੀ ਹੋਏਗਾ। ਨੈਕਸਟ ਵੈਲਰੀ ਹੋਏਗਾ, ਉਸ ਤੋਂ ਬਾਅਦ ਵਿਲੀਅਮ ਹੋਏਗਾ। ਠੀਕ ਹੈ, ਇਸ ਤਰ੍ਹਾਂ ਇਹ ਨਾਮ ਚੱਲਣਗੇ ਅਗਲੇ। ਇਹ ਫਿਰ 6 ਸਾਲਾਂ ਬਾਅਦ ਇਹਦੀ ਵਾਰੀ ਇਸ ਲਿਸਟ ਦੀ ਆਏਗੀ। ਅਗਲੇ ਸਾਲ ਜਿਹੜੇ ਲਿਸਟ ਆਉਣਗੇ ਉਹ ਐਲਿਸਨ, ਬੈਰੀ, ਇਸ ਤਰ੍ਹਾਂ ਆਉਣਗੇ, ਚੈਂਟਲ, ਡੀਨ, ਐਰਨ, ਇਸ ਤਰ੍ਹਾਂ। ਜੀ ਕੋਈ ਵੀ ਤੁਹਾਡੇ ਦਰਸ਼ਕ ਜਾਂ ਕੋਈ ਵੀ ਮਹਿਮਾਨ, ਆਪਣੇ ਸੱਜਣ ਜਿਹੜੇ ਆਏ ਨੇ, ਇਸ ਬਾਰੇ ਜਾਣਕਾਰੀ ਲੈਣਾ ਚਾਹਣ, ਨਾਸਾ ਦੀ ਸਾਈਟ ਤੇ ਇਹ ਚੈੱਕ ਕਰ ਸਕਦੇ ਨੇ ਜਾਂ ਗੂਗਲ ਕਰ ਲੈਣ, ਹਾਊ ਆਰ ਹਰੀਕੇਨਸ ਨੇਮਡ, ਉੱਥੋਂ ਵੀ ਤੁਹਾਨੂੰ ਇਹ ਆ ਜਾਏਗਾ। ਮੈਂ ਵੈਸੇ ਤੁਹਾਨੂੰ ਈਮੇਲ ਵੀ ਕਰ ਦਿਆਂਗਾ ਇਹ ਲਿੰਕ। ਠੀਕ ਹੈ ਜੀ, ਦਰਸ਼ਕਾਂ ਨੂੰ ਦਿਖਾ ਵੀ ਈਮੇਲ ਕਰ ਸਕਦੇ ਹੋ ਜੀ, riyadh@justbroadcasting.com। ਮਲਿਕ ਜੀ ਕੁਝ ਕਹਿਣਾ ਚਾਹੁੰਦੇ ਜੀ? ਅੰਦਰ ਮੈਂ ਆਪਣੇ ਦਰਸ਼ਕਾਂ ਵਾਸਤੇ ਇੱਕ ਗੱਲ ਦਾ ਇਜ਼ਾਫਾ ਕਰਦਾ ਕਿ ਜਿਹੜੇ ਬਹੁਤ ਜ਼ਿਆਦਾ ਯਾਨੀ ਡੈਮੇਜ ਯਾਨੀ ਡੇਂਜਰਸ ਹੌਰੀਕੇਨਸ ਹੁੰਦੇ, ਉਹਨਾਂ ਦਾ ਨਾਂ ਫਿਰ ਯਾਨੀ ਉਹ ਲਿਸਟ ਤੋਂ ਜਿਹੜਾ ਕੱਢ ਦਿੱਤਾ ਜਾਂਦਾ ਹੈ। ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ Q, U, X, Y, Z ਉਹ ਅਲਫਾਬੇਟ ਨਹੀਂ ਆ, ਅਤੇ ਉਹਦੇ ਬਾਅਦ ਇਹ S ਦੇ ਬਾਅਦ
ਜਿਹੜਾ ਟੀ ਟੋਨੀ ਹੈ, ਇਹ ਬਿਲਕੁਲ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ। ਤੇ ਜਿਹੜੀ ਇਹਨਾਂ ਨੇ ਵੈਬਸਾਈਟ ਜਾਂ ਗੂਗਲ ਦੀ ਗੱਲ ਕੀਤੀ ਉਹ ਵੀ ਬਿਲਕੁਲ ਸਹੀ ਸੀ, ਕਿਉਂਕਿ ਇਹ ਜ਼ਰੂਰੀ ਹੁੰਦਾ ਹੈ ਕਿ ਲੋਕ, ਇਹ ਬੜਾ ਅੱਛਾ ਹੁੰਦਾ ਹੈ ਕਿ ਲੋਕ ਇਹ ਨਾ ਐਜੂਕੇਟ ਹੋਣ। ਜੀ 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 ਮਲਿਕ ਸਾਹਿਬ, ਮੇਰਾ ਖਿਆਲ ਹੈ ਕਿ ਮੇਰਾ ਇੱਕ ਸਵਾਲ ਜਿਹੜਾ ਸੀ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝਾ ਕਰਨਾ ਚਾਹੁੰਦਾ ਸੀ। ਜਿਹੜਾ ਕੈਟਰੀਨਾ ਦੇ ਬਾਰੇ, ਜਿਹੜਾ ਕਿ ਨਿਊ ਔਰਲੈਂਡੋ ਦੇ ਵਿੱਚ ਆਇਆ ਉਸ ਜਿਹੜਾ ਸਮੁੰਦਰੀ ਤੂਫਾਨ ਦੀ, ਉਸ ਹੈਰੀਕੇਨ ਦੀ ਕੈਟਾਗਰੀ ਜਿਹੜੀ ਆ ਉਹ ਵੀ ਪਹਿਲਾਂ ਬੰਨ ਦੱਸੀ ਗਈ ਸੀ, ਪਰ ਉਹਦੀ ਤਬਾਹੀ ਜਿਹੜੀ ਸੀ ਉਹ ਇੰਨੀ ਕੁ ਜ਼ਿਆਦਾ ਸੀ ਕਿ ਤੁਸੀਂ ਮੇਰਾ ਖਿਆਲ ਹੈ ਕਿ ਇਮੈਜਨ ਨਹੀਂ ਕਰ ਸਕਦੇ। ਜਿਵੇਂ ਤੁਹਾਨੂੰ ਪਤਾ ਕਿ ਲੂਜ਼ੀਆਨਾ ਦਾ ਉਹ ਇਤਿਹਾਸ 2005 ਦੇ ਵਿੱਚ ਆਇਆ, ਉਸ ਨਾ ਭੁਲਾਉਣ ਯੋਗ ਹੈ ਆ, ਤੇ ਉਹਦੇ ਮੋਹਰੇ ਜਿਹੜੇ ਆ ਕੁਝ ਵੀ ਨਹੀਂ ਹੈ। ਉਹਦੀ ਕੈਟਾਗਰੀ ਜਿਹੜੀ ਆ ਉਹ ਕਿਉਂ ਉਸ ਤੋਂ ਬਾਅਦ ਤਬਦੀਲ ਹੋਈ ਕੈਟਾਗਰੀ 3 ਦੇ ਵਿੱਚ, ਜਾਂ ਉਸ ਦੀ ਤਬਾਹੀ ਦੇ ਜਿਹੜੇ ਮੁੱਖ ਕਾਰਨ ਸਨ ਉਹ ਕੀ ਸਨ? ਉਹਦੀ ਵਜ੍ਹਾ ਇਹ ਸੀ ਕਿ ਜਦੋਂ ਉਹ ਆਪਣਾ ਚੱਲਿਆ ਉੱਥੋਂ ਜਮੈਕਾ ਤੋਂ ਤੇ ਬਹਾਮਸ ਤੋਂ ਜੀ, ਤੇ ਉਸ ਵੇਲੇ ਉਹ ਕੈਟਾਗਰੀ 1 ਸੀ ਜੀ ਜਿਹਦੀ ਨਾਰਮਲ ਸਪੀਡ ਜਿਹੜੀ ਆ ਉਹ 70 ਮਾਈਲ ਪਰ ਆਵਰ ਤੋਂ ਸ਼ੁਰੂ ਹੁੰਦੀ ਹੈ ਜੀ। ਤੇ ਲੇਕਿਨ ਜਦੋਂ ਉਹਦਾ ਲੈਂਡਫਾਲ ਹੋਇਆ ਹੈ ਨਿਊ ਔਰਲੀਨ ਸਿਟੀ ਤੇ, ਜਿਹੜਾ ਪਾਣੀ ਦੇ ਬਿਲ ਕੋਸਟਲ ਸਿਟੀ ਹੈ ਆਪਣਾ ਲੁਈਜ਼ਾਨਾ ਸਟੇਟ ਦਾ, ਉੱਥੇ ਜਦੋਂ ਉਹ ਲੈਂਡਫਾਲ ਹੋਇਆ ਤੇ ਉਹ बढ़दा गया है, ਉਹ बढ़दा गया है। ਉਹਦੇ ਬਾਅਦ ਜਿਹੜਾ ਹੈ ਉਹ ਜਦੋਂ ਲੈਂਡਫਾਲ ਹੋਇਆ ਉਸ ਵੇਲੇ ਉਹਦੀ ਕੈਟਾਗਰੀ ਜਿਹੜੀ ਹੈ ਕੈਟਾਗਰੀ 3 ਸੀ ਜੀ। ਕੈਟਾਗਰੀ 3 ਜਿਹੜੀ ਆ ਉਹ ਤਕਰੀਬਨ 130 ਮਾਈਲ ਪਰ ਆਵਰ ਦੀ ਰਫ਼ਤਾਰ ਦੇ ਨਾਲ ਉਹ ਯਾਨੀ ਆਪਣਾ ਚੱਲਦਾ ਹੈ। ਤੇ ਉਹ ਇਹੀ ਵਜ੍ਹਾ ਸੀ ਕਿ ਜਦੋਂ ਉਹ ਨਿਊ ਔਰਲੀਨ ਸਿਟੀ ਪਹੁੰਚਿਆ ਤੇ ਫਿਰ ਜਿਹੜਾ ਪਾਣੀ ਰੁਕਿਆ ਨਹੀਂ ਆ, ਫਿਰ ਯਾਨੀ ਉਸ ਤੋਂ ਕਲਾਉਡਸ ਤੇ ਜਿਹੜਾ ਵੀ ਯਾਨੀ ਕੰਬੀਨੇਸ਼ਨ ਸੀ ਹੀਟ ਦਾ, ਮੋਇਸਚਰਾਈਜ਼ਿੰਗ ਦਾ, ਉਹਦੇ ਬਾਅਦ ਜਦੋਂ ਉਹ ਨਿਊ ਔਰਲੀਨ ਸਿਟੀ ਪਹੁੰਚਿਆ ਤੇ ਉਹਨੇ ਯਾਨੀ ਇਹ ਜਿਹੜਾ ਹੈ ਕਿ ਬੜਾ ਸਵੇਰ ਜਿਹਨੂੰ ਕਹਿੰਦੇ ਆ ਯਾਨੀ ਉਹ ਹੌਰੀਕੇਨ ਸੀ, ਤੇ ਉਹ ਫਿਰ ਯਾਨੀ ਉਹਦੀ ਵਜ੍ਹਾ ਨਾਲ ਜ਼ਿਆਦਾ ਤਬਾਹੀ ਆਈ ਬੇਸਿਕਲੀ। ਉਸ ਵੇਲੇ ਕਿੰਨੇ ਕੁ ਲੋਕਾਂ ਦੇ ਮਰਨ ਦੀ ਗਿਣਤੀ ਜਿਹੜੀ ਉਹ ਮਿਕਦਾਰ ਤਕਰੀਬਨ ਇੱਕ ਅੰਦਾਜ਼ੇ ਦੇ ਮੁਤਾਬਿਕ ਜਿਹੜੀ ਆ ਉਸ ਵੇਲੇ ਕੋਈ 600 ਮੇਰੇ ਖਿਆਲ 620 ਬੰਦੇ ਜਿਹੜੇ ਸੀ ਉਹਨਾਂ ਦੀ ਹੋਈ ਸੀ। ਰਾਈਟ ਰਾਈਟ ਰਾਈਟ। ਕੁਝ ਕਾਲਸ ਜ਼ਰੂਰ ਲੈ ਲਈਏ। ਹੈਲੋ वायरस बताइए। ਹੈਲੋ 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 ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਰਿਆੜ ਸਾਹਿਬ। ਮੈਂ ਸੁਖਦੇਵ ਸਿੰਘ ਬੋਲ ਰਿਹਾ ਵਾਈਨਲੈਂਡ ਤੋਂ। ਹਾਂਜੀ ਸਰ, ਸੁਖਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ। ਕਿਵੇਂ ਤੁਹਾਡੀ ਸਾਊਥ ਜਰਸੀ ਦੇ, ਤੁਸੀਂ ਉਸ ਖਿੱਤੇ 'ਚੋਂ ਬੋਲ ਰਹੇ ਹੋ ਜਿੱਥੇ ਸਭ ਤੋਂ ਵੱਧ ਉਧਰਲੇ ਪਾਸੇ ਵੀ ਤਬਾਹੀ ਮਚਾਈ ਹੈ, ਸਾਊਥ ਜਰਸੀ ਵਾਲੇ ਪਾਸੇ ਵੀ ਕੀ ਹਾਲਾਤ ਨੇ ਤੁਹਾਡੇ ਵਾਲੇ ਪਾਸੇ? ਹਾਂਜੀ ਰਿਆੜ ਸਾਹਿਬ, ਵਾਈਨਲੈਂਡ, ਮਿਲਵਿਲ, ਬ੍ਰਿਸਟਨ ਏਰੀਆ ਜਿਹੜਾ ਹੈਗਾ ਸਾਡਾ ਖਾਸ ਕਰਕੇ ਜੀ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਤੇ ਬਿਜਲੀ ਵੀ ਹੈਗੀ ਆ ਜੀ ਜੀ ਇਸ ਤਰ੍ਹਾਂ ਦਾ ਜਾਨੀ ਜਾਂ ਹੋਰ ਕੋਈ ਨੁਕਸਾਨ ਨਹੀਂ ਹੋਇਆ। ਜੀ ਤੇ ਅਟਲਾਂਟਿਕ ਸਿਟੀ ਤੇ ਕੇਮੇ ਏਰੀਆ ਉਧਰਲੇ ਪਾਸੇ ਕਾਫੀ ਘਰਾਂ 'ਚ ਪਾਣੀ ਵਗੈਰਾ ਆਇਆ ਜੀ ਜੀ। ਤੇ ਉਧਰੋਂ ਕਾਫੀ ਬੰਦੇ ਜਿਹੜੇ ਆ ਉਹ ਪੁਲਿਸ ਨੇ ਪਹਿਲਾਂ ਹੀ ਬਾਹਰ ਕੱਢ ਲਏ ਸੀ। ਰਾਈਟ ਰਾਈਟ। ਕਿਉਂ ਵਾਈਨ ਲਾਈਨ ਤੋਂ ਅਟਲਾਂਟਿਕ ਸਿਟੀ ਕਿੰਨੀ ਦੂਰ ਹੈ ਜੀ? ਇੱਥੋਂ 40 ਮੀਲ ਦਾ ਆ ਫਾਸਲਾ ਜੀ। 40 ਮੀਲ ਦਾ। ਉਧਰ ਵੱਧ ਨੁਕਸਾਨ ਹੋਇਆ ਨਾ ਜੀ? ਹਾਂਜੀ, ਕਸੀਨੋ ਵਗੈਰਾ ਬੰਦ ਆ ਤੇ ਕਾਫੀ ਲੋਕਾਂ ਨੂੰ ਉੱਥੋਂ ਮੰਨ ਲਓ ਕੱਢ ਲਿਆ ਸੀ ਪਹਿਲਾਂ ਹੀ। ਹਾਂ, ਕਸੀਨੋਜ਼ ਵਗੈਰਾ ਦੇ ਵਿੱਚ ਵੀ ਪਾਣੀ ਆ ਗਿਆ ਸੀ ਨਾ ਜੀ, ਉਹ ਤਾਂ ਕਾਫੀ ਵਗੈਰਾ ਦਿਖਾ ਵੀ ਰਹੇ ਆ ਟੀਵੀ ਤੇ। ਹਾਂਜੀ ਹਾਂਜੀ ਹਾਂਜੀ। ਤੇ ਵੈਸੇ ਕੋਈ ਜਾਨੀ ਨੁਕਸਾਨ ਨਹੀਂ ਹੈਗਾ ਤੇ ਉਧਰੋਂ ਕਾਫੀ ਲੋਕਾਂ ਨੂੰ ਪਹਿਲਾਂ ਹੀ ਮੂਵ ਕਰ ਲਿਆ ਸੀ। ਰਾਈਟ ਰਾਈਟ। ਜਿਹੜਾ ਤੁਹਾਡਾ ਇਲਾਕਾ ਸੀ ਵਾਈਨਲੈਂਡ ਦਾ, ਉਧਰ ਕੋਈ ਵੀ ਮਤਲਬ ਇਸ ਤਰ੍ਹਾਂ ਦਾ ਕਿਸੇ ਦੇ ਘਰ ਦਾ ਡੈਮੇਜ ਜਾਂ ਕੋਈ ਘਰ ਦਾ ਨੁਕਸਾਨ ਵੀ ਨਹੀਂ ਹੋਇਆ ਹੈ ਨਾ ਜੀ? ਕੋਈ ਰਿਪੋਰਟ ਨਹੀਂ ਇਦਾਂ ਦੀ। ਆਪਣੇ ਜਿੰਨੇ ਪੰਜਾਬੀ ਭਾਈਚਾਰਾ ਸਾਰਿਆਂ ਨਾਲ ਗੱਲਾਂ ਬਾਤਾਂ ਹੋਈਆਂ, ਅੱਜ ਤਕਰੀਬਨ ਸਾਰੇ ਠੀਕ ਠਾਕ ਆ, ਗੁਰੂ ਮਹਾਰਾਜ ਦੀ ਕਿਰਪਾ ਜੀ। ਰਾਈਟ ਰਾਈਟ ਰਾਈਟ। ਸੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਸਾਨੂੰ ਵਾਈਨਲੈਂਡ ਤੋਂ ਆਪਣੀ ਰਿਪੋਰਟ ਦਿੱਤੀ ਹੈ, ਤੁਸੀਂ ਸਾਡੇ ਨਾਲ ਜੁੜੇ ਹੈਗੇ ਹੋ ਸਾਰੇ ਭੈਣ ਭਰਾ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਪ੍ਰੋਗਰਾਮ ਇਸੇ ਰਫਤਾਰ, ਇਸੇ ਬਹਾ ਦੇ ਵਿੱਚ ਜਾਰੀ ਰਹੇਗਾ। ਤੁਹਾਡੇ ਸਵਾਲਾਤ, ਤੁਹਾਡੀਆਂ ਕੁਝ ਗੱਲਾਂ ਔਰ ਮਿਸਟਰ ਮਲਿਕ ਹੋਰਾਂ ਦੇ ਨਾਲ ਜਿਹੜੀ ਚਰਚਾ ਹੈ ਉਹ ਜ਼ਰੂਰ ਚੱਲਦੀ ਰਹੇਗੀ ਇਸੇ ਤਰ੍ਹਾਂ। ਔਰ ਤੁਸੀਂ ਕਾਲ ਕਰ ਸਕਦੇ ਹੋ 7187865222 718 ਪੰਜਾਬ 2 ਦੇ ਉੱਤੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 7187865222 718 ਪੰਜਾਬ 2 ਦੇ ਉੱਤੇ। ਮਲਿਕ ਸਾਹਿਬ ਤੁਹਾਡੇ ਨਾਲ ਚੰਦ ਸਵਾਲਾਤ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਕਾਲਸ ਜ਼ਰੂਰ ਲੈ ਲਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਰਿਆੜ ਸਾਹਿਬ ਸੱਤਾ ਬੋਲਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਸੁਣ ਹਾਂ, ਤੁਸੀਂ ਆਪਣੇ ਟੈਲੀਵਿਜ਼ਨ ਦੀ ਆਵਾਜ਼ ਘੱਟ ਕਰ ਲਓ ਜੀ। ਹਾਂਜੀ ਮੈਂ ਕਰ ਲਈ ਆਵਾਜ਼ ਘੱਟ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਜੀ? ਹਾਂਜੀ ਵੀਰ ਜੀ, ਉਹ ਜਿਹੜੀ ਆਈ ਹੈ ਹਰੀਕੇਨ ਆਈ ਹੈ ਜੀ ਜੀ ਤੇ ਇਹਦਾ ਮਤਲਬ ਕਿ ਆਪਾਂ ਵੀ ਇੱਕ ਟਾਈਮ ਮੇਰੇ ਵੀ ਮਤਲਬ ਕਿ ਘਰ ਆਈ ਹੈ ਜੀ ਜੀ, ਤੇ ਆਪਾਂ ਵੀ ਕਾਫੀ ਨੁਕਸਾਨ ਕਰ ਗਈ। ਉਹ ਬਹੁਤ ਸੋ ਸੈਡ ਜੀ, ਬਹੁਤ ਮਾੜਾ। ਸਾਡਾ ਦੁੱਖ, ਸਾਡੀ ਹਮਦਰਦੀ ਜਿਹੜੀ ਆ ਉਹ ਤੁਹਾਡੇ ਨਾਲ ਹੈ ਜੀ। ਥੈਂਕ ਯੂ ਜੀ। ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਕੋਈ ਜਿਸਮਾਨੀ? ਜਾਨੀ ਨਹੀਂ, ਬਸ ਜਾਨੀ ਨਹੀਂ ਕੋਈ ਹੋਇਆ। ਵੈਸੇ ਦੂਜਾ ਵੀ ਹੁੰਦਾ ਤੇ ਮਟੀਰੀਅਲ ਦਾ ਜਿਵੇਂ ਇਹਦਾ ਟੁੱਟ ਗਿਆ ਕਾਫੀ ਕੁਝ, ਤੇ ਅੰਦਰ ਪਾਣੀ ਕਾਫੀ ਆ ਗਿਆ ਸੀ। ਤਕਰੀਬਨ 3 ਤੋਂ 4 ਫੁੱਟ ਅੰਦਰ ਪਾਣੀ ਘਰ ਦੇ ਆਇਆ ਸੀ ਜੀ ਜੀ। ਇਹ ਕਿਹੜੇ ਇਲਾਕੇ ਦੀ ਗੱਲ ਹੈ ਸੱਤਾ ਜੀ? ਮੈਂ ਉਸੇ ਸਾਈਡ 'ਚ ਰਹਿਣਾ, ਲੌਂਗਾਲੈਂਡ। ਅੱਛਾ 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 ਅੱਛਾ, ਠੀਕ ਹੈ ਜੀ। ਉਸ ਇਲਾਕੇ ਦੇ ਵਿੱਚ ਆਇਆ ਹੈ। ਪਰ ਸਾਡਾ ਦੁੱਖ ਹੈ, ਪਰ ਇਸ ਗੱਲ ਦਾ ਅਸੀਂ ਜ਼ਰੂਰ ਕਵਾਂਗੇ ਕਿ ਕੋਈ ਜਿਸਮਾਨੀ ਤੌਰ ਦੇ ਉੱਤੇ ਸੱਟ ਪੇਟ ਜਾਂ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਉਸ ਪਰਵਰਦਗਾਰ ਦੀ ਰਜ਼ਾ ਦੇ ਵਿੱਚ ਇਹੀ ਸਭ ਤੋਂ ਵੱਡੀ ਚੀਜ਼ ਹੈ। ਥੈਂਕ ਯੂ ਥੈਂਕ ਯੂ। ਹੈਲੋ ਹੈਲੋ ਹੈਲੋ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ। ਤੁਹਾਡੀ ਸਾਨੂੰ ਆਵਾਜ਼ ਨਹੀਂ ਆ ਰਹੀ ਕਿਉਂਕਿ ਤੁਹਾਡੀ ਦੂਜੀ ਵਾਰੀ ਕਾਲ ਆਈ ਹੈ ਸਾਨੂੰ। ਸ਼ਾਇਦ ਕੋਈ ਖਾਸ ਮੈਸੇਜ ਦੇਣਾ ਚਾਹੁੰਦੇ ਹੋਵੋਗੇ ਪਰ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚਦੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸ਼ਮਸ਼ੇਰ ਰੰਧਾਵਾ ਬੋਲਦਾ ਵੀਰ ਜੀ। ਹਾਂਜੀ ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਰਿਆਂ ਵਾਸਤੇ ਜਿੰਨੇ ਵੀ ਸੁਣ ਰਹੇ ਆ ਜੇ ਸਾਰੇ ਜੋ ਜਿੱਥੇ ਵੀ ਆਇਆ, ਸਾਰਿਆਂ ਵਾਸਤੇ ਦਿਲੋਂ ਪਰਮਾਤਮਾ ਅੱਗੇ ਅਰਦਾਸ ਵੀ ਇਦਾਂ ਦਾ ਕਿਸੇ ਨਾਲ ਨੁਕਸਾਨ ਨਾ ਹੋਵੇ। ਜੀ 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 ਜੀ। ਬਸ ਵੀਰ ਜੀ, ਬਾਕੀ ਜਿੰਨੇ ਵੀ ਸੁਣ ਰਹੇ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਮਲਿਕ ਸਾਹਿਬ, ਮੇਰਾ ਇੱਕ ਸਵਾਲ ਜਿਹੜਾ ਸੀ ਕਾਫੀ ਦੇਰ ਤੋਂ, ਕਿਉਂਕਿ ਮੈਂ ਅੱਜ ਦੇ ਇਸ ਭਾਵਨਾਤਮਕ ਤੌਰ ਦੇ ਉੱਤੇ ਲੋਕ ਜੁੜੇ ਹੋਏ ਨੇ ਅੱਜ ਦੇ ਪ੍ਰੋਗਰਾਮ ਨਾਲ, ਇਸ ਨਾਲ ਰਿਸ਼ਤੇਦਾਰ, ਸਕੀਰੀਆਂ ਬਹੁਤ ਦੂਰ ਦਰਾਡੇ ਤੱਕ ਹੁੰਦੀਆਂ, ਉਹਨਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ, ਪਰ ਕੁਝ ਸਵਾਲਾਤ ਜਿਹੜੇ ਨੇ ਉਹ ਮੇਰੇ ਮਨ ਅੰਦਰ ਨੇ। ਜਿਵੇਂ ਮੈਂ ਗੱਲ ਕੀਤੀ ਸੀ ਲੂਜ਼ੀਆਨਾ ਦੀ ਤੁਹਾਡੇ ਨਾਲ ਪਹਿਲਾਂ, ਜਿਹੜਾ ਕੈਟਰੀਨਾ ਆਇਆ ਸੀ, ਉਹ ਡਿਗਰੀ 3 ਸੀਗਾ, ਪਰ ਜਿਹੜਾ 5 ਡਿਗਰੀ ਹੁੰਦਾ ਹੈ ਉਹਦੀ ਰਫ਼ਤਾਰ ਕੀ ਹੁੰਦੀ ਹੈ ਔਰ ਉਹ ਕਿੰਨਾ ਕੁ ਨੁਕਸਾਨ ਜਿਹੜਾ ਹੈ ਐਟਲੀਸਟ ਪਹੁੰਚਾ ਸਕਦਾ ਹੈ, ਔਰ ਮਤਲਬ ਉਹਦੀ ਸਪੀਡ ਜਿਹੜੀ ਹੈ ਉਹਨੂੰ ਕਿਸ ਕੈਟਾਗਰੀ 'ਚ ਵੰਡਿਆ ਜਾਂਦਾ, ਔਰ ਜਿਹੜਾ 5 ਹੁੰਦਾ ਉਹ ਸਭ ਤੋਂ ਲਾਸਟ ਮੈਂ ਕਹਾਂਗਾ ਵੀ ਹੱਦ ਮਕਾਉਣ ਵਾਲੀ ਗੱਲ ਹੈ, ਤੇ ਉਸ ਦਾ ਨਾਂ ਜਿਹੜਾ ਹੈ ਉਹ ਕਿਸ ਤਰ੍ਹਾਂ ਦਿੱਤਾ ਜਾਂਦਾ ਹੈ? ਅਸਲ ਵਿੱਚ ਇਹਨਾਂ ਨੇ ਜਿਹੜਾ ਕੈਟਾਗਰੀ 1 ਹੈ ਜਿਹੜਾ ਕੱਲ ਆਇਆ ਸੀ ਉਹਨੂੰ ਮਿਨੀਮਲ ਬੇਸਿਕਲੀ ਕਹਿੰਦੇ ਆ ਜੀ ਜੀ ਜੀ। ਉਹਦੇ ਬਾਅਦ ਜਿਹੜਾ ਯਾਨੀ ਕੈਟਾਗਰੀ 2 ਹੈ ਉਹਨੂੰ ਮੋਡਰੇਟ ਦਾ ਨਾਂ ਦਿੱਤਾ ਗਿਆ ਹੈ। ਉਹਦੇ ਬਾਅਦ ਜਿਹੜੀ 3 ਹੈ ਉਹਨੂੰ ਕੀ ਕਹਿੰਦੇ ਐਕਸਟੈਂਸਿਵ ਦਾ ਨਾਂ ਦਿੱਤਾ ਗਿਆ, ਯਾਨੀ ਹੁਣ ਜਿਹੜੀ ਕੈਪੈਸਿਟੀ ਆਫ ਲੈਵਲ ਆਫ ਡੇਂਜਰ ਹੈ ਉਹਨੂੰ, ਇਸੇ ਤਰ੍ਹਾਂ ਜਿਹੜਾ ਚੌਥਾ ਹੈ ਉਹਨੂੰ ਐਕਸਟ੍ਰੀਮ ਦਾ ਨਾਂ ਦਿੱਤਾ ਗਿਆ। ਫਿਰ ਜਿਹੜਾ ਸਭ ਤੋਂ 5ਵੀਂ ਕੈਟਾਗਰੀ ਉਹਨਾਂ ਨੇ ਰੱਖੀ ਹੈ ਜਿਹਦੀ ਇੱਕ ਨਾਰਮਲ ਯਾਨੀ ਸਪੀਡ ਜਿਹੜੀ ਹੈ 160 ਮਾਈਲ ਪਰ ਆਵਰ ਤੋਂ ਅੱਗੇ ਯਾਨੀ 185 ਤੱਕ ਜਾਂਦੀ ਹੈ ਜੀ ਜੀ, ਉਹਨੂੰ ਜਿਹੜਾ ਕੈਟਾਸਟ੍ਰੋਫਿਕ ਦਾ ਨਾਂ ਦਿੱਤਾ ਗਿਆ ਹੈ। ਕਿਹੜਾ ਜੀ ਦੁਬਾਰਾ ਬੋਲਣਾ? ਕੈਟਾਸਟ੍ਰੋਫਿਕ ਯਾਨੀ ਸਭ ਤੋਂ ਜ਼ਿਆਦਾ ਖਤਰਨਾਕ। ਠੀਕ ਹੈ। ਤੇ ਉਹਦੇ ਬਾਅਦ ਜਿਹੜਾ ਹੈ ਕਿ ਉਹ ਅਗਰ ਤੁਸੀਂ ਲੈਵਲ 5 ਦੀ ਜਾਂ ਕੈਟਾਗਰੀ 5 ਦੀ ਗੱਲ ਕਰਦੇ ਹੋ ਤੇ ਉਹ ਤੇ ਅਗਰ ਅੱਲਾ ਨਾ ਕਰੇ ਕਿ ਕਦੀ ਯਾਨੀ ਇਸ ਤਰ੍ਹਾਂ ਦਾ ਕੋਈ ਵੇਲਾ ਆਏ, ਨਹੀਂ ਤੇ ਉਹ ਤੇ ਫਿਰ ਆਏਗਾ ਤੇ ਉਹ ਸਭ ਕੁਝ ਬਹਾ ਕੇ ਲੈ ਜਾਏਗਾ। ਉਹ ਫਿਰ ਬਿਲਡਿੰਗਾਂ ਜਿਹੜੀਆਂ ਇੰਨੀ ਵੱਡੀਆਂ ਬਣੀਆਂ, ਇਹ ਜ਼ਰੂਰੀ ਨਹੀਂ ਆ ਕਿ ਬਿਲਡਿੰਗਾਂ ਵੀ ਉਸ ਤੋਂ ਯਾਨੀ ਆਪਣਾ ਡੈਮੇਜ ਨਾ ਹੋਣ, ਤੇ ਜਿਹੜਾ ਆਮ ਯਾਨੀ ਜਿਹੜਾ ਕੋਸਟਲ ਏਰੀਆ ਹੋਏਗਾ ਉਹਨੇ ਤਬਾਹੀ ਫੇਰ ਦੇਣੀ ਹੈ। ਇਹਦੀ ਅਗਰ ਤੁਸੀਂ ਸਾਊਥ ਏਸ਼ੀਆ ਦੇ ਅੰਦਰ ਅਗਰ ਦੇਖਿਆ ਜਾਏ ਤੇ ਬੰਗਲਾਦੇਸ਼ ਦੇ ਅੰਦਰ 1970 ਦੇ ਅੰਦਰ ਤੂਫਾਨ ਆਇਆ ਸੀ, ਉੱਥੇ 1.5 ਲੱਖ ਬੰਦਾ ਜਿਹੜਾ ਮਾਰਿਆ ਗਿਆ ਸੀ। ਉਹਦੇ ਬਾਅਦ ਜਿਹੜਾ ਹੈ 1991 ਦੇ ਅੰਦਰ ਤਕਰੀਬਨ ਕੋਈ 1,30,000 ਬੰਦਾ ਮਾਰਿਆ ਗਿਆ ਸੀ। ਉਹਦੇ ਬਾਅਦ 1942 ਦੇ ਅੰਦਰ ਵੀ ਜਿਹੜਾ ਹੈ ਬੰਗਲਾਦੇਸ਼ ਦੇ ਅੰਦਰ ਆਇਆ ਸੀ, ਉੱਥੇ 40,000 ਜਿਹੜੇ ਬੰਦੇ ਉਹ ਬੇਗੁਨਾਹ ਮਾਰੇ ਗਏ ਸੀ। ਉਹਦੇ ਇਲਾਵਾ ਅਗਰ ਤੁਸੀਂ ਆਂਧਰਾ ਪ੍ਰਦੇਸ਼ ਇੰਡੀਆ ਦੀ ਰਿਆਸਤ ਜਿਹੜੀ ਆ ਉੱਥੇ 1988 ਦੇ ਅੰਦਰ ਆਇਆ ਸੀ ਤੇ ਤਕਰੀਬਨ ਉੱਥੇ 1,81,000 ਬੰਦੇ ਜਿਹੜੇ ਆ ਉਹਨਾਂ ਦੀ ਯਾਨੀ ਆਪਣਾ ਬੇਗੁਨਾਹ ਜਿਹੜੇ ਆ ਉਹ ਲੁਕਮਾ ਅਜਲ ਬਣ ਗਏ ਸੀ। ਮਲਿਕ ਸਾਹਿਬ, ਸਾਊਥ ਏਸ਼ੀਆ ਖਿੱਤੇ ਦੇ ਵਿੱਚ ਵਾਪਰਦੀਆਂ ਇਸ ਤਰ੍ਹਾਂ ਦੀਆਂ ਕੁਦਰਤੀ ਘਟਨਾਵਾਂ ਜਿਹੜੀਆਂ ਉਹਨਾਂ ਦੇ ਉੱਤੇ ਤੁਹਾਡੇ ਨਾਲ ਮੈਂ ਚਰਚਾ ਕਰਾਂਗਾ। ਇੱਕ ਦੋ ਕਾਲਸ ਜਿਹੜੀਆਂ ਉਹ ਜ਼ਰੂਰ ਲੈ ਲਾਂ।
ਸੌਰੀ ਜੀ, ਤੁਹਾਡੀ ਕਾਲ ਕੱਟੀ ਗਈ ਹੈ, ਤੁਸੀਂ ਦੁਬਾਰਾ ਕਰ ਸਕਦੇ ਹੋ। ਹੈਲੋ, ਹੈਲੋ, ਹਾਂਜੀ ਅੱਛਾ ਭਾਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਹਾਲ ਚਾਲ ਹੈ ਜੀ? ਬਸ ਠੀਕ ਹੈ ਜੀ, ਕੀ ਕਹਿਣਾ ਚਾਹੋਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ? ਮੈਂ ਰਿਆਜ਼ ਤੋਂ ਗੱਲ ਕਰਨੀ ਹੈ। ਹਾਂਜੀ, ਮੈਂ ਹਰਵਿੰਦਰ ਰਿਆੜ ਬੋਲ ਰਿਹਾ ਜੀ। ਹਾਂਜੀ ਭਾਜੀ, ਮੇਰਾ ਨਾਮ ਪਵਨ ਆ। ਹਾਂਜੀ ਭਾਜੀ ਮੈਂ ਨਾ ਜਿਹੜਾ ਆਪਣੇ ਭਾਜੀ ਤੁਹਾਡੇ ਨਾਲ ਬੈਠੇ ਨੇ ਉਹ ਕਹਿ ਰਹੇ ਨੇ ਬਈ ਮੈਨੂੰ ਥੋੜੀ ਗਲਤ ਫਹਿਮੀ ਆ ਜੀ ਬਈ ਜਿਵੇਂ ਉਹ ਕਹਿੰਦੇ ਨੇ ਵੀ ਨੌ ਲੈਂਦੇ ਆ ਉਹ ਨਾ ਮੈਂ ਮਤਲਬ ਕਿ ਜੋ ਮੇਰੀ ਨੌਲੇਜ ਮੁਤਾਬਕ ਆ ਵੀ ਜਿਹੜੇ ਆਪਣੇ ਨੌ ਆਪਣੇ ਧਰਦੇ ਆ ਇਹ ਔਰ ਸਾਲ ਦੀ ਸ਼ੁਰੂਆਤ ਹੁੰਦੀ ਆ ਪਹਿਲਾ ਜਿਹੜਾ ਹੁੰਦਾ ਸਟੋਰਮ ਉਹਦਾ ਏਜ ਨਾਲ ਧਰਦੇ ਉਸ ਤੋਂ ਬਾਅਦ ਸਪੀਚ ਨਾਲ ਉਹ ਤੇ ਇਸ ਮੁਤਾਬਕ ਨੌ ਧਰਦੇ ਆ। ਠੀਕ ਹੈ ਜੀ, ਜ਼ਰੂਰ ਤੁਹਾਡੀ ਇਹ ਗਲਤਫਹਿਮੀ ਜ਼ਰੂਰ ਦੂਰ ਕੱਢਣਗੇ ਜੀ। ਹੈਲੋ ਹੈਲੋ ਹਾਂਜੀ ਰਿਆੜ ਬੇਟਾ ਜੀ, ਸਤਿ ਸ੍ਰੀ ਅਕਾਲ। ਹਾਂ- ਮੈਂ ਮਿਸਿਸ ਰੰਗੀ ਬੋਲ ਰਹੀ ਹਾਂ ਜੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਜੀ ਜੀ ਸਾਨੂੰ ਮੈਸੇਂਜਰ ਬਣ ਕੇ ਉੱਧਰ ਦੀਆਂ ਖਬਰਾਂ ਦੇ ਰਹੇ ਹੋ ਤੇ ਬਾਕੀ ਜਿਹੜੇ ਆਪਣੇ ਮੈਂਬਰਸ ਨੇ ਸਰੋਤੇ ਨੇ ਉਹ ਵੀ ਸਾਨੂੰ ਖਬਰਾਂ ਦੇ ਰਹੇ ਨੇ। ਮੈਨੂੰ ਥੋੜਾ ਜਿਹਾ ਫਿਕਰ ਹੈ, ਮੇਰੇ ਬੱਚੇ ਇੱਧਰ ਨੇ ਵਰਜੀਨੀਆ ਦੇ ਵਿੱਚ। ਜੀ ਜੀ ਕੱਲ ਤੇ ਉਹਨਾਂ ਨਾਲ ਗੱਲ ਹੋ ਗਈ ਸੀ, ਅੱਜ ਨਹੀਂ ਹੋ ਸਕੀ। ਜੇ ਤੁਹਾਡੀ ਕੱਲ ਗੱਲ ਹੋ ਗਈ ਹੈ ਤੇ ਬਿਲਕੁਲ ਮਿਸਿਸ ਰੰਗੀ ਜੀ ਤੁਸੀਂ ਬਿਲਕੁਲ ਮਤਲਬ ਫਿਕਰ ਨਾ ਕਰੋ, ਕਿਉਂਕਿ ਕੱਲ ਅੱਜ ਸਵੇਰੇ ਹੀ ਮਤਲਬ ਤਕਰੀਬਨ ਬਿਲਕੁਲ ਠੀਕ ਹੋ ਗਿਆ ਸੀ ਸਾਰਾ ਹਾਲਾਤ। ਇੱਥੇ ਕੋਈ ਇਸ ਤਰ੍ਹਾਂ ਦੀਆਂ ਹਵਾਵਾਂ ਨਹੀਂ ਹੈ, ਜ਼ਿੰਦਗੀ ਆਮ ਵਾਂਗ ਜਿਹੜੀ ਹੈ ਉਹ ਬਸ਼ਰ ਹੋ ਰਹੀ ਹੈ। ਜਿਹੜੇ ਕੁਝ ਮਕਾਨਾਂ ਨੂੰ ਸ਼ੋਰ ਦੇ ਲਾਗੇ ਜਿਹੜਾ ਹੈ ਉਹ ਨੁਕਸਾਨ ਪਹੁੰਚਿਆ, ਉੱਥੋਂ ਤਾਂ ਲੋਕਾਂ ਨੂੰ ਪਹਿਲਾਂ ਹੀ ਕੱਢ ਲਿਆ ਗਿਆ ਸੀ। ਔਰ ਜੇਕਰ ਕੱਲ ਤੁਹਾਡੀ ਗੱਲ ਹੋਈ ਹੈ ਔਰ ਅੱਜ ਸਿਰਫ ਸੈਟੇਲਾਈਟ ਦੀ ਪ੍ਰੋਬਲਮ ਜਿਹੜੀ ਆ ਉਹ ਚੱਲ ਰਹੀ ਹੈ, ਉਹ ਆਮ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਇੱਕ ਦੋ ਦਿਨਾਂ ਦੇ ਵਿੱਚ ਠੀਕ ਕਰ ਦੇਣਗੇ। ਔਰ ਜਿਹੜੇ ਘਰੇਲੂ ਫੋਨ ਨੇ ਉਹ ਇਲੈਕਟ੍ਰਿਸਿਟੀ ਜਿਹੜੀ ਹੈ ਪਾਵਰ ਆਫ ਹੋਣ ਕਰਕੇ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਉਹ ਰਿਸ਼ਤੇਦਾਰ ਸਕੀਰੀਆਂ ਦੇ ਨਾਲ ਨਹੀਂ ਹੋ ਰਹੀਆਂ। ਪਰ ਤਕਰੀਬਨ ਅੱਧੀ ਰਾਤ ਤੋਂ ਬਾਅਦ ਜਿਹੜਾ ਹੈ ਉਹ ਬਿਲਕੁਲ ਤੂਫਾਨ ਜਿਹੜਾ ਉਹ ਥੰਮ ਗਿਆ ਸੀ ਤੇ ਉਸ ਤੋਂ ਬਾਅਦ ਉਹ ਬਿਲਕੁਲ ਡਾਊਨ ਹੋਣਾ ਸ਼ੁਰੂ ਹੋ ਗਿਆ ਸੀ। ਕੋਈ ਉਸ ਤੋਂ ਬਾਅਦ ਨੁਕਸਾਨ ਨਹੀਂ ਕੀਤਾ। ਔਰ ਖਾਸ ਕਰਕੇ ਜੇਕਰ ਵਰਜੀਨੀਆ ਦੀ ਗੱਲ ਹੈ ਤੇ ਵਰਜੀਨੀਆ ਤੇ ਉਹ ਪਹਿਲਾਂ ਹੀ ਦਿਨੇ ਹੀ ਉੱਥੋਂ ਨਿਕਲ ਆਇਆ ਸੀ। ਔਰ ਜਦੋਂ ਰਾਤ 7:30 ਵਜੇ ਉਹ ਜਾ ਕੇ ਨਿਊਯਾਰਕ ਨੂੰ ਮੈਨਹਾਟਨ ਨੂੰ ਹਿੱਟ ਕੀਤਾ ਔਰ ਇੱਥੇ ਦੇ ਇਲਾਕਿਆਂ ਨੂੰ ਹਿੱਟ ਕੀਤਾ ਤੇ ਉਸ ਵੇਲੇ ਵਰਜੀਨੀਆ ਤੋਂ ਉਹ ਬਿਲਕੁਲ ਪਾਸ ਹੋ ਗਿਆ ਸੀ। ਵੰਡਰਫੁਲ, ਹਾਂਜੀ ਹਾਂਜੀ ਹਾਂਜੀ, ਤੁਸੀਂ ਬੇਟਾ ਤੁਹਾਨੂੰ ਵਾਹਿਗੁਰੂ ਬਹੁਤ ਬਹੁਤ ਖੁਸ਼ੀਆਂ ਦੇਵੇ। ਤੁਸੀਂ ਵਿੱਚ ਨੁਮਾਇੰਦੇ ਬਣ ਕੇ ਸਾਨੂੰ ਉਧਰ ਦੀਆਂ ਖਬਰਾਂ ਦਿਓ ਤੇ ਸਾਡੇ ਦਿਲ ਨੂੰ ਸ਼ਾਂਤੀ ਆ ਰਹੀ ਹੈ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ, ਕੀ ਹਾਲ ਜੀ? ਬਸ ਠੀਕ ਠਾਕ। ਕੌਣ ਬੋਲ ਰਹੇ ਜੀ? ਮੈਂ ਹਰਪ੍ਰੀਤ ਰੋਣਾ ਬੋਲ ਰਿਹਾ ਜੀ, ਰਿਚਮੰਡ ਹਿਲ ਤੋਂ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਵੀਰ ਜੀ? ਬਰਾਟਾ ਅੱਜ ਜਿਹੜਾ ਆਪਣਾ ਤੂਫਾਨ ਆਇਆ ਉਹਦੇ ਐਫਟਰਮੈਥ ਵਿੱਚ ਜਿੱਦਾਂ ਜੋ ਵੀ ਅਰੇਂਜਮੈਂਟ ਸਿਟੀ ਦੇ ਕੀਤੇ ਸੀ ਮੈਂ ਉਹਦੇ ਪਰ ਤੁਹਾਡੇ ਨਾਲ ਕਹਿਣਾ ਚਾਹਨਾ ਜੀ। ਸਿਟੀ ਨੇ ਮਤਲਬ ਜਿਸ ਤਰ੍ਹਾਂ ਕਿ ਜਿੰਨਾ ਕਿ ਇਹਨੇ ਕਲੇਮ ਕਰਦੀ ਹੈ, ਜਿਸ ਤਰ੍ਹਾਂ ਮਿਸਟਰ ਆਪਣਾ ਮੇਅਰ ਬਲੂਮਬਰਗ ਜਿਹੜਾ ਡਿਫੈਂਡ ਕਰਦੇ ਨੇ ਜੀ ਅਥਾਰਟੀਜ਼ ਨੂੰ, ਹਾਂਜੀ ਉਸ ਹਾਂਜੀ ਹਿਸਾਬ ਨਾਲ ਜੋ ਅਰੇਂਜਮੈਂਟ ਹੈ ਹੀ ਨਹੀਂ ਸੀ। ਦੇਖਿਆ ਜਾਵੇ ਤੇ ਬਿਲੋ 39 ਸਟਰੀਟ ਸਾਰਾ ਮਨਹੈਟਨ ਵਾਜ਼ਨਟ ਡਾਰਕ, ਆਈ ਵਾਸ देयर ਐਂਡ ਉਸ ਦੌਰਾਨ ਕਿਸੇ ਕਿਸਮ ਦਾ ਕੋਈ ਵੀ ਅਰੇਂਜਮੈਂਟ ਨਹੀਂ ਹੋਇਆ ਕਿ ਪੁਲਿਸ ਵਾਲੇ ਵੀ ਈਵਨ ਕਿ ਜਿਹੜੇ ਕਿ ਟ੍ਰੈਫਿਕ ਪੁਲਿਸ ਵਾਲੇ ਵੀ ਉਹ ਵੀ ਉੱਥੇ ਹੈਗੇ ਨਹੀਂ ਸੀ, ਈਵਨ ਮੇਜਰ ਇੰਟਰਸੈਕਸ਼ਨ ਤੋਂ ਨਹੀਂ ਗਏ ਸੀ ਜੀ। ਤੁਸੀਂ ਇਹ ਦੇਖੋ ਕਿ ਜਦੋਂ ਓਬਾਮਾ ਨੇ ਸ਼ਹਿਰ 'ਚ ਆਉਣਾ ਹੁੰਦਾ ਜੀ ਇੱਕ ਫੰਡ ਰੇਜ਼ਿੰਗ ਪਾਰਟੀ ਵਾਸਤੇ ਆਉਣਾ ਹੁੰਦਾ ਤੇ ਕਿੰਨਾ ਪੁਲਿਸ ਦਾ ਅਰੇਂਜਮੈਂਟ ਹੁੰਦਾ, ਹਰ ਨਾਕੇ ਦੇ ਉੱਤੇ ਹਰ ਚੌਂਕ ਦੇ ਉੱਤੇ ਪੁਲਿਸ ਦਾ ਅਰੇਂਜਮੈਂਟ ਹੁੰਦਾ ਜੀ ਜੀ। ਤੇ ਇੱਕ ਸਿਰਫ ਜਦੋਂ ਲਾਈਟ ਗਈ ਹੈ ਪੂਰਾ ਡਾਰਕ, ਆਲਮੋਸਟ ਹਾਫ ਆਫ ਦ ਸਿਟੀ ਵਾਜ਼ ਇਨ ਡਾਰਕ। ਤੇ ਇੱਕ ਜਿਹੜਾ ਟ੍ਰੈਫਿਕ ਐਨਵਾਈਪੀ ਜਿੱਦਾਂ ਤੇ ਛੱਡੋ, ਜਿਹੜੇ ਟ੍ਰੈਫਿਕ ਦੇ ਵੀ ਬੰਦੇ ਸੀ ਉਹ ਵੀ ਨਹੀਂ ਹੈਗੇ ਸੀ। ਔਰ ਆਈ ਡੋਨਟ ਨੋ ਕਿ ਕਿਸ ਤਰ੍ਹਾਂ ਜਿਹੜੇ ਆਪਣਾ ਬਲੂਮਬਰਗ ਸਾਹਿਬ ਨੇ ਉਹ ਕਿਸ ਤਰ੍ਹਾਂ ਸਾਰੀਆਂ ਅਥਾਰਟੀਜ਼ ਨੂੰ ਡਿਫੈਂਡ ਕਰਦੇ ਨੇ। ਹਰਪ੍ਰੀਤ ਜੀ ਉਸ ਵੇਲੇ ਤੁਸੀਂ ਸ਼ਹਿਰ ਦੇ ਵਿੱਚ ਸੀਗੇ? ਬਿਲਕੁਲ ਜੀ, ਮਸਲਾ ਸਿਟੀ 'ਚ ਸੀ, ਬਿਲਕੁਲ ਡੈਫੀਨਿਟਲੀ ਆਈ ਵਾਸ देयर। ਅੱਛਾ ਅੱਛਾ ਅੱਛਾ, ਥੈਂਕ ਯੂ। ਮੈਂ ਕੋਈ ਨਹੀਂ, ਮੈਂ ਜ਼ਰੂਰ ਅਸੀਂ ਇਸ ਦੇ ਉੱਤੇ ਡਿਸਕਸ ਕਰਾਂਗੇ। ਨਾਕਸ ਪ੍ਰਬੰਧਾਂ ਬਾਰੇ ਜਿਹੜੀ ਇਹਨਾਂ ਨੇ ਹਰਪ੍ਰੀਤ ਜੀ ਹੋਰਾਂ ਨੇ ਗੱਲ ਕੀਤੀ ਹੈ, ਮੈਨੂੰ ਕਿਧਰੇ ਨਜ਼ਰ ਨਹੀਂ ਆਏ, ਪਰ ਤੁਹਾਡੇ ਨਜ਼ਰੀਏ ਦੇ ਨਾਲ ਮੈਂ ਸਮਝਾਂਗਾ ਕਿ ਜਿਹੜੇ ਸਿਟੀ ਔਰ ਸਟੇਟ ਨੇ ਪ੍ਰਬੰਧ ਕੀਤੇ ਨੇ ਉਹ ਤਕਰੀਬਨ ਬੜੇ ਅੱਛੇ ਪ੍ਰਬੰਧ ਨਜ਼ਰ ਆਉਂਦੇ ਸਨ, ਕਿਉਂਕਿ ਇੰਨੀ ਵਾਰ ਅਨਾਊਂਸਮੈਂਟ ਕਰਨੀ, ਇੰਨੇ ਲੋਕਾਂ ਨੂੰ ਘਰਾਂ ਤੋਂ ਕੱਢ ਕੇ ਲੈ ਕੇ ਜਾਣਾ, ਜਾਂ ਟ੍ਰੈਫਿਕ ਪੁਲਿਸ ਵਾਲੀ ਜਿਹੜੀ ਗੱਲ ਹੈ ਰਾਤ ਵੇਲੇ, ਜਾਂ ਮਤਲਬ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇੱਕ ਪੱਤਰਕਾਰ ਹੋਣ ਦੇ ਨਾਤੇ ਔਰ ਇੱਕ ਮੈਂ ਸਮਝਾਂਗਾ ਕਿ ਕਾਲਮ ਨਵੀਸ ਹੋਣ ਦੇ ਨਾਤੇ ਔਰ ਸਿਟੀਜ਼ਨ ਇੱਥੇ ਦੇ ਹੋਣ ਦੇ ਨਾਤੇ ਕੀ ਲੱਗਦਾ ਤੁਹਾਨੂੰ? ਸਭ ਤੋਂ ਪਹਿਲਾਂ ਉਹ ਮੇਰੇ ਜਿਹੜੇ ਮਿੱਤਰ ਸੀ ਜਿਨ੍ਹਾਂ ਨੇ ਇਹ ਐਲਫਾਬੈਟੀਕਲ ਯਾਨੀ ਆਪਣਾ ਪੁੱਛਿਆ ਸੀ,
ਤੇ ਮੈਂ ਉਹਨਾਂ ਨੂੰ ਇਹ ਦੱਸਦਾ ਕਿ ਜਿਹੜੇ ਉਸ ਤੋਂ ਪਹਿਲਾਂ ਭਾਈ ਸਾਹਿਬ ਸੀ ਜਿਨ੍ਹਾਂ ਨੇ ਗੱਲ ਕੀਤੀ ਸੀ, ਉਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਸੀ ਕਿ ਇਹ ਇਸ ਸੈਂਡੀ ਦੇ ਬਾਅਦ ਜਿਹੜੇ ਟੋਨੀ ਹੈ ਇਹ ਇਸ ਅਲਫਾਬੇਟ ਦੇ ਹਿਸਾਬ ਨਾਲ ਇਹ ਯਾਨੀ ਨਾਂ ਜਿਹੜੇ ਆ ਯਾਨੀ ਆਪਣਾ ਚੁਣੇ ਜਾਂਦੇ ਆ ਜੀ। ਜਿੱਥੇ ਤੱਕ ਇਹਨਾਂ ਨੇ ਗੱਲ ਕੀਤੀ ਕਿ ਉੱਥੇ ਕੋਈ ਇੰਤਜ਼ਾਮ ਇੰਨਾ ਯਾਨੀ ਵਧੀਆ ਨਹੀਂ ਸੀ, ਤੇ ਮੈਂ ਕੱਲ ਆਪ ਜਿਹੜਾ ਹੈ ਮੈਨਹਟਨ ਦੇ ਅੰਦਰ ਸੀ, ਉਸ ਤੋਂ ਮੈਂ ਕਿਉਂਕਿ ਰਿਪੋਰਟਿੰਗ ਕਰ ਰਿਹਾ ਸੀ ਤੇ ਉਸ ਤੋਂ ਮੈਂ ਨਾਲੇ ਮੈਂ ਕਿਤਾਬ ਲਿਖ ਰਿਹਾ ਹਾਊ ਹੌਰੀਕੇਨਸ ਇਫੈਕਟ ਡੇਲੀ ਲਾਈਫ, ਤੇ ਉਹਦੇ ਬਾਅਦ ਮੈਂ ਉੱਥੋਂ ਬਰੁਕਲਿਨ ਤੋਂ ਹੁੰਦਾ ਆਇਆ, ਮੈਂ ਓਸ਼ਨ ਸਾਈਡ ਦੇ ਬਾਅਦ ਲੌਂਗ ਬੀਚ ਤੇ ਬੇਸ਼ੋਰ ਤੱਕ ਗਿਆ, ਤੇ ਮੈਂ ਇਹ तमाम ਇਲਾਕਿਆਂ ਦੇ ਅੰਦਰ ਇਹਨਾਂ ਨੇ ਗੱਲ ਸਹੀ ਕੀਤੀ। ਲੇਕਿਨ ਗੱਲ ਹੈ ਕਿ ਜਦੋਂ ਇੰਨਾ ਵੱਡਾ ਭੂਚਾਲ ਆ ਰਿਹਾ ਹੈ ਜੀ ਤੇ ਸਿਟੀ ਨੂੰ ਜਿਹੜੇ ਇਲਾਕਿਆਂ ਦਾ ਜ਼ਿਆਦਾ ਖਤਰਾ ਸੀ ਜੀ ਉੱਥੇ ਉਹਨਾਂ ਨੇ ਪਹਿਲੇ ਬੰਦੋਬਸਤ ਕੀਤਾ ਨਾ। ਦੇਖੋ ਸਭ ਤੋਂ ਪਹਿਲਾਂ ਸਿਟੀ ਦੀ ਨੈਸੈਸਿਟੀ ਕੀ ਹੁੰਦੀ ਹੈ? ਸਿਟੀ ਦੀ ਨੈਸੈਸਿਟੀ ਹੁੰਦੀ ਹੈ ਕਿ ਲੋਕਾਂ ਦੀ ਜਾਨ ਦਾ ਤਹਫੁਜ਼ ਕੀਤਾ ਜਾਏ। ਸਭ ਤੋਂ ਪਹਿਲਾਂ ਉਹਨਾਂ ਨੇ ਉਹ ਇਲਾਕੇ ਜਿੱਥੇ ਯਾਨੀ ਜ਼ਿਆਦਾ ਅਫੈਕਟਡ ਏਰੀਆ ਸੀ ਜੀ। ਉੱਥੇ ਪਹਿਲੇ ਕੀਤਾ। ਉਹਦੇ ਬਾਅਦ ਜਦੋਂ ਸਬਵੇ ਦੇ ਅੰਦਰ ਉਹਨਾਂ ਨੇ ਦੇਖਿਆ ਕਿ ਪਾਣੀ ਸਬਵੇ ਦੇ ਅੰਦਰ 1 ਫੁੱਟ ਯਾਨੀ ਜਮ੍ਹਾਂ ਹੋ ਗਿਆ, ਉਹਦੇ ਬਾਅਦ ਟਨਲਸ ਦੇ ਅੰਦਰ ਪਾਣੀ ਆ ਰਿਹਾ, ਤੇ ਉਹਨਾਂ ਨੇ ਇਲੈਕਟ੍ਰਿਸਿਟੀ ਜਿਹੜੀ ਆ ਉਹ ਬੰਦ ਕਰ ਦਿੱਤੀ ਕੌਨ ਐਡੀਸਨ ਨੇ। ਰਾਈਟ। ਅੱਜ ਇਸੇ ਤਰ੍ਹਾਂ